ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਭੱਟ ਸਹਿਬਾਨ ਵੱਲੋਂ ਗੁਰੂ ਪਾਤਸ਼ਾਹ ਜੀ ਦੀ ਉਸਤਤ ਵਿੱਚ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਬਚਨ, ਜਿਨ੍ਹਾਂ ਵਿੱਚੋਂ ਅੱਜ ਦਾ ਪਾਠ ਆਪ ਜੀਆਂ ਨੇ ਸਰਵਨ ਕੀਤਾ ਹੈ। ਅੰਮ੍ਰਿਤਮਈ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ ਹੋਇਆਂ, ਉਹਨਾਂ ਦੇ ਗੁਣ ਗਾਇਨ ਕਰਦਿਆਂ ਹੋਇਆਂ, ਭੱਟ ਸਹਿਬਾਨ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨਾਲ ਜੋੜਨਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਜੁੜਨ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਤੈ ਤੋ ਦ੍ਰਿੜਿਓ ਨਾਮ ਅਪਾਰ, ਬਿਮਲ ਜਾਸ ਬਿਸਾਰ। ਸਾਧਕ ਸਿੱਧ ਸੁਜਨ, ਜੀਆਂ ਕੋ ਆਧਾਰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਸਵਈਏ ਮਹੱਲੇ ਦੂਜੇ ਕੇ, ਜੋ ਭੱਟ ਸਹਿਬਾਨ ਵੱਲੋਂ ਗੁਰੂ ਉਸਤਤ ਦੇ ਵਿੱਚ ਸਵਈਏ ਰੂਪ ਵਿੱਚ ਇਹ ਪਾਵਨ ਬਚਨ ਉਚਾਰਨ ਕੀਤੇ, ਜੋ ਪਾਠ ਅੱਜ ਆਪ ਜੀ ਨੇ ਸਰਵਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਪਾਵਨ ਅੰਗ 1391 ਦੇ ਉੱਪਰ ਸੁਭਾਏਮਾਨ ਹੈ। ਗੁਰੂ ਅੰਗਦ ਦੇਵ ਮਹਾਰਾਜ, ਜਿਨ੍ਹਾਂ ਨੇ ਸਮਰੱਥ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ ਆਪਣਾ ਆਪ ਸਮਰਪਣ ਕੀਤਾ, ਔਰ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੁਕਮ ਹੋਇਆ, ਭਾਈ ਲਹਿਣੇ ਜੀ ਦੇ ਰੂਪ ਵਿੱਚ ਹਰ ਹੁਕਮ ਨੂੰ ਆਪਣੇ ਸਿਰ ਮੱਥੇ ਤੇ ਪ੍ਰਵਾਨ ਕੀਤਾ, ਕਿਉਂਕਿ ਇਸ ਘਰ ਦੇ ਵਿੱਚ ਉਹ ਪ੍ਰਵਾਨ ਹੈ ਜਿਨੇ ਮਾਲਕ ਦੇ ਹੁਕਮ ਨੂੰ ਸਿਰ ਮੱਥੇ ਤੇ ਪ੍ਰਵਾਨ ਕੀਤਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਤੇ ਹੁਕਮ ਵੀ ਉਹੀ ਮੰਨੇਗਾ ਜਿਹਦੇ ਅੰਦਰ ਨਿਮਰਤਾ, ਜਿਹਦੇ ਅੰਦਰ ਪਿਆਰ ਦੀ ਭਾਵਨਾ ਹੋਏਗੀ, ਜਿਨੇ ਆਪਣਾ ਆਪਾ ਸਮਰਪਣ ਕੀਤਾ ਹੋਏਗਾ। ਕਿਉਂਕਿ ਮਨ ਨੂੰ ਸਮਰਪਣ ਕਰਨ ਤੋਂ ਬਿਨਾਂ ਹੁਕਮ ਨੂੰ ਮੰਨਣਾ ਵੀ ਔਖਾ ਹੈ। ਹੁਕਮ ਨੂੰ ਸੁਣ ਲੈਣਾ ਤੇ ਸੌਖਾ ਹੈ, ਪਰ ਉਹਨੂੰ ਮੰਨ ਕੇ ਚੱਲਣਾ ਔਖਾ ਹੈ। ਜਿੰਨਾ ਚਿਰ ਮਨ ਵਿੱਚ ਹੈ, ਸਤਿਗੁਰ ਕੇ ਪਾਸ ਵਾਲੀ ਅਵਸਥਾ ਨਹੀਂ ਬਣਦੀ। ਭਾਈ ਲਹਿਣਾ ਜੀ ਦੇ ਰੂਪ ਵਿੱਚ ਜਿਸ ਮਨ ਜਿਸ ਦੀ ਭਾਲ ਦੇ ਵਿੱਚ ਸੀ, ਉਹ ਹਜੇ ਤੱਕ ਪ੍ਰਾਪਤ ਨਾ ਹੋਇਆ। ਜਥਾ ਬਣਾ ਕੇ ਜਾਣਾ, ਬਾਹਰ ਦੀਆਂ ਯਾਤਰਾਵਾਂ ਚੱਲਦੀਆਂ ਰਹੀਆਂ, ਪਰ ਉਹ ਅਧੂਰੀਆਂ ਸਨ। ਜਿਸ ਦਿਨ ਦੋ ਪਿਆਰ ਵਾਲੀਆਂ ਰੂਹਾਂ ਮਿਲ ਗਈਆਂ, ਉਹਨਾਂ ਦਾ ਸੰਗ ਸੰਗਤ ਕਰਨ ਵਾਸਤੇ ਮਿਲੀ, ਤੇ ਸਮਝ ਆ ਗਈ ਕਿ ਜੋ ਇੰਨੀਆਂ ਯਾਤਰਾਵਾਂ ਕਰਨ ਤੋਂ ਬਾਅਦ ਵੀ ਮਨ ਕਹਿੰਦਾ ਵੀ ਹਜੇ ਯਾਤਰਾ ਅਧੂਰੀ ਹੈ,
ਪਰ ਜਦੋਂ ਭਾਈ ਸ਼ੀਹਾਂ ਨੂੰ ਤੇ ਭਾਈ ਜੋਧ ਨੂੰ ਵੇਖਿਆ, ਇਹਨਾਂ ਦੋਵਾਂ ਨੂੰ ਵੇਖ ਕੇ, ਇਹਨਾਂ ਦੇ ਜੀਵਨ ਨੂੰ ਵੇਖ ਕੇ, ਇਹਨਾਂ ਦੇ ਮੁਖਾਰਬਿੰਦ ਤੋਂ ਬਾਣੀ ਦਾ ਉਚਾਰਨ ਸੁਣ ਕੇ ਮਨ ਨੂੰ ਯਕੀਨ ਹੋ ਗਿਆ ਵੀ ਹੁਣ ਜਿਸ ਪਾਸੇ ਨੂੰ ਜਾਣਾ ਹੈ ਉੱਥੇ ਮੇਰੀ ਯਾਤਰਾ ਪੂਰੀ ਹੋ ਜਾਣੀ ਹੈ। ਉਹ ਕੌਣ ਹੈ? ਉਹ ਹੈ ਨਾਨਕ ਤਪਾ ਜੀ, ਜੋ ਕਰਤਾਰਪੁਰ ਦੇ ਵਿੱਚ ਰਹਿੰਦੇ ਨੇ। ਭਾਈ ਲਹਿਣਾ ਜੀ ਗਏ ਇਸ ਵਾਰ ਵੀ ਜਥਾ ਬਣਾ ਕੇ, ਪਰ ਇਸ ਵਾਰ ਜਿਸ ਯਾਤਰਾ ਤੇ ਜਾਣਦੇ ਨੇ ਉਸ ਪਾਸੇ ਨਹੀਂ, ਅੱਜ ਕਦਮ ਕਰਤਾਰਪੁਰ ਵਾਲੇ ਪਾਸੇ ਨੂੰ ਭਾਵਨਾ ਲੈ ਕੇ ਚੱਲੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਦੀਦਾਰ ਹੋਇਆ, ਮਨ ਗੁਰੂ ਸਾਹਿਬ ਜੀ ਨੂੰ ਸਮਰਪਣ ਕਰ ਦਿੱਤਾ। ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਦੋਂ ਐਸਾ ਸਮਰੱਥ ਗੁਰੂ ਮਿਲ ਜਾਏ ਤਾਂ ਆਪਣਾ ਆਪਾ ਸਮਰਪਣ ਜਦੋਂ ਕਰਦੇ ਹਾਂ ਤੇ ਵਿੱਚੋਂ ਦੀ ਹਉਮੈ, ਵਿੱਚੋਂ ਦੀ ਹੰਕਾਰ ਚਲਾ ਜਾਂਦਾ ਹੈ। ਤੇ ਜਦੋਂ ਐਸੇ ਗੁਰੂ ਦੇ ਚਰਨਾਂ ਦੇ ਵਿੱਚ, ਸਤਿਗੁਰੂ ਦੇ ਚਰਨਾਂ 'ਚ ਸੇਵਾ ਕਰਦੇ ਹਾਂ ਤਾਂ ਵੀ ਅੰਦਰੋਂ ਹਉਮੈ ਨੇ ਨਿਕਲ ਜਾਣਾ। ਜਦੋਂ ਅਸੀਂ ਆਪਣੀ ਮਤ ਸਿਰ ਸੌਂਪੀਏ ਦਾ ਮਤਲਬ ਕੀ ਹੈ? ਆਪਣੀ ਮਤ ਨੂੰ ਅੱਗੇ ਰੱਖਣਾ, ਆਪਣੇ ਤਾਣ ਨੂੰ ਅੱਗੇ ਰੱਖਣਾ, ਆਪਣੇ ਮਨ ਨੂੰ ਅੱਗੇ ਰੱਖਣਾ, ਤੇ ਵਿੱਚੋਂ ਆਪ ਜਾਏ, ਵਿੱਚੋਂ ਆਪਣਾ ਆਪਾ ਚਲਾ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਤੇ ਦੂਸਰੇ ਪਾਸੇ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆਂ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਉੱਥੇ ਵਿੱਚੋਂ ਆਪਣਾ ਆਪਾ ਮਿਟ ਜਾਂਦਾ ਹੈ, ਇਥੋਂ ਹਉਮੈ ਨਿਕਲ ਜਾਂਦੀ ਹੈ। ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਨੇ ਭਾਈ ਲਹਿਣਾ ਜੀ ਦੇ ਰੂਪ ਵਿੱਚ ਹਰ ਹੁਕਮ ਗੁਰੂ ਨਾਨਕ ਸਾਹਿਬ ਜੀ ਦਾ ਮੰਨਿਆ, ਭਾਵੇਂ ਉਹ ਦਿਨ ਸੀ, ਭਾਵੇਂ ਰਾਤ, ਉਹ ਸਰਦ ਰੁੱਤ ਸੀ, ਭਾਵੇਂ ਗਰਮ ਰੁੱਤ ਸੀ, ਭਾਵੇਂ ਉਹ ਬਰਸਾਤ ਦਾ ਦਿਨ ਸੀ ਜਾਂ ਹਨੇਰੀਆਂ ਚੱਲਦੀਆਂ, ਪਰ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਤੋਂ ਕਦੇ ਵੀ ਮੁਨਕਰ ਨਹੀਂ ਹੋਏ। ਇੱਕ ਦਿਨ ਫਿਰ ਐਸੀਆਂ ਬਖਸ਼ਿਸ਼ਾਂ ਗੁਰੂ ਦਰਬਾਰ ਵਿੱਚੋਂ ਮਿਲੀਆਂ ਕਿ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਰੂਪ ਬਣਦੇ ਆ। ਜਿੱਥੇ ਭੱਟ ਜਨ ਗੁਰੂ ਸਾਹਿਬ ਦੀ ਉਸਤਤ ਕਰਦੇ ਨੇ, ਉੱਥੇ ਸੱਤਾ ਤੇ ਬਲਵੰਡ ਦੀ ਜਦੋਂ ਆਪਾਂ ਵਾਰ ਪੜ੍ਹਦੇ ਸੁਣਦੇ ਹਾਂ, ਉਹਦੇ ਵਿੱਚ ਵੀ ਗੁਰੂ ਸਾਹਿਬ ਦੀ ਉਸਤਤ ਕੀਤੀ ਗਈ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ, ਤੁਹਾਡੇ ਕੋਲ ਨਵ ਨਿਧੀਆਂ ਦੇ ਭਰਪੂਰ ਖਜ਼ਾਨੇ ਨੇ, ਪਰ ਉਹ ਪਾਏ ਕਿਸ ਤਰ੍ਹਾਂ ਨੇ? ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਪਣਾ ਆਪਾ ਸਮਰਪਣ ਕਰਕੇ। ਸਤਿਗੁਰੂ ਮਹਾਰਾਜ ਜੀ ਜਿਹੜਾ ਤੁਹਾਡੀ ਬੁਰਿਆਈ, ਤੁਹਾਡੀ ਨਿੰਦਾ ਕਰਦਾ ਹੈ, ਉਹ ਚਕਨਾਚੂਰ ਹੋ ਜਾਂਦਾ ਹੈ। ਭਾਵ ਉਹਦੇ ਅੰਦਰ ਆਤਮਿਕ ਸੁੱਖ ਜਿਹੜਾ ਉਹ ਰਹਿੰਦਾ ਹੀ ਨਹੀਂ। ਕਿਉਂ? ਕਿਉਂਕਿ ਸਤਿਗੁਰੂ ਤਾਂ ਸਭਨਾਂ ਦਾ ਭਲਾ ਮਨਾਉਂਦੇ ਨੇ, ਉਹ ਕਦੇ ਕਿਸੇ ਦਾ ਬੁਰਾ ਕਰਦੇ ਹੀ ਨਹੀਂ, ਨਾ ਕਰਾਉਂਦੇ ਨੇ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਇਸ ਲਈ ਜਿਹੜਾ ਨਿੰਦਾ ਕਰਦਾ ਹੈ ਉਹ ਆਪਣੇ ਕੀਤੇ ਹੋਏ ਦਾ ਫਲ ਆਪ ਹੀ ਪਾਉਂਦਾ ਹੈ। ਤੁਸੀਂ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਪਾਲਿਆ। ਮੁੱਕਦੀ ਗੱਲ ਇਹ ਹੈ ਕਿ ਫੇਰ ਵਸਾਇਆ, ਫੇਰ ਆਨ ਸਤਿਗੁਰ ਖਾਡੂਰ। ਬਾਬਾ ਫੇਰੂ ਮਲ ਜੀ ਦੇ ਪੁੱਤਰ ਭਾਈ ਲਹਿਣਾ ਜੀਓ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ, ਖਡੂਰ ਤਾਂ ਪਿੰਡ ਦਾ ਨਾਮ ਤਾਂ ਪਹਿਲਾਂ ਹੀ ਹੈ, ਪਰ ਅੱਜ ਉਹ ਖਡੂਰ ਨਹੀਂ ਰਹਿ ਗਿਆ, ਖਡੂਰ ਸਾਹਿਬ ਹੋ ਗਿਆ। ਤੇ ਅੱਜ ਭਾਈ ਲਹਿਣਾ ਜੀ ਉਹ ਹੱਟੀ ਤੇ ਬੈਠਣ ਵਾਲੇ ਭਾਈ ਲਹਿਣਾ ਨਹੀਂ ਰਹਿ ਗਏ, ਅੱਜ ਉਹ ਗੁਰੂ ਅੰਗਦ ਦੇਵ ਜੀ ਦਾ ਰੂਪ ਬਣ ਗਏ। ਤੇ ਅੱਜ ਜਦੋਂ ਗੁਰੂ ਅੰਗਦ ਦੇਵ ਜੀ ਦਾ ਰੂਪ ਬਣ ਕੇ ਕਰਤਾਰਪੁਰ ਦੀ ਧਰਤੀ ਤੋਂ ਆਏ ਨੇ ਖਡੂਰ ਸਾਹਿਬ, ਤੇ ਅੱਜ ਕੀ ਹੋਇਆ? ਅੱਜ ਜਿੱਥੇ ਜਾਏ ਬਹਿ ਮੇਰਾ, ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਥਾਂ ਸੁਹਾਵਣਾ ਹੋ ਗਿਆ। ਜਿਹੜਾ ਵੀ ਭਾਵਨਾ ਨਾਲ ਆ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੁਹਾਡੇ ਚਰਨਾਂ 'ਚ ਜੁੜਦਾ,
ਗੁਰਮਤ ਦੀ ਵਿਦਿਆ ਹਾਸਲ ਕਰਦਾ, ਮਨਮਤ ਦਾ ਨਾਸ਼ ਕਰਦਾ, ਸਤਿਗੁਰੂ ਜੀ ਉਹਨਾਂ ਦਾ ਜੀਵਨ ਸੁਹਾਵਣਾ ਹੋ ਜਾਂਦਾ ਹੈ। ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ, ਖੇੜਾ, ਆਨੰਦ ਆ ਜਾਂਦਾ ਹੈ। ਕਿਉਂ? ਕਿਉਂਕਿ ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਪ੍ਰਾਪਤ ਹੋਈਆਂ ਨੇ। ਤੋ ਜਿੱਥੇ ਸਤਾ ਔਰ ਬਲਵੰਡ ਦੀ ਵਾਰ ਵਿੱਚ ਗੁਰੂ ਉਸਤਤ ਕੀਤੀ ਗਈ, ਉੱਥੇ ਭੱਟ ਸਾਹਿਬਾਨ ਵੀ ਗੁਰੂ ਸਾਹਿਬ ਦੀ ਉਸਤਤ ਵਿੱਚ ਜੁੜਦੇ ਨੇ। ਅੱਜ ਦੇ ਅੰਮ੍ਰਿਤਮਈ ਪਾਵਨ ਇਹ ਬਚਨ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੀ ਵਡਿਆਈ ਕੀਤੀ, ਭੱਟ ਜੀ ਕਹਿ ਰਹੇ ਨੇ, ਕਹਿਣ ਲੱਗੇ, ਤੈ ਤਉ ਦ੍ਰਿੜਿਓ ਨਾਮ ਅਪਾਰ। ਅੱਜ ਦਾ ਪਾਵਨ ਬਚਨ, ਤੈ ਤਉ, ਤੁਸੀਂ ਗੁਰੂ ਅੰਗਦ ਦੇ ਮਹਾਰਾਜ ਜੀਓ, ਦ੍ਰਿੜਿਓ ਨਾਮ ਅਪਾਰ। ਜਿਹੜਾ ਅਪਾਰ ਨਾਮ ਹੈ, ਨਾਮ ਤਾਂ ਇੱਕੋ ਹੀ ਹੈ ਪਰਮੇਸ਼ਵਰ ਦਾ, ਨਾਮ ਇੱਕੋ ਹੀ ਹੈ, ਸੱਚਾ ਨਾਮ। ਅੱਗੇ ਜ਼ਿਕਰ ਕੀਤਾ ਸੀ ਕਿ ਗੁਰੂ ਸਾਹਿਬ ਜੀ ਵੱਖ-ਵੱਖ ਪ੍ਰਾਣੀਆਂ ਨੂੰ ਵੱਖਰਾ ਵੱਖਰਾ ਨਾਮ ਨਹੀਂ ਵੰਡਦੇ, ਕਿ 4 ਜਣਿਆਂ ਨੂੰ ਨਾਮ ਹੋਰ ਦੇ ਦਿੱਤਾ ਤੇ 4 ਨੂੰ ਹੋਰ ਦੇ ਦਿੱਤਾ, ਅੱਜ ਕਿਸੇ ਹੋਰ ਨੂੰ ਨਾਮ ਹੋਰ ਦਿੱਤਾ, ਕੱਲ ਨੂੰ ਕਿਸੇ ਨੂੰ ਹੋਰ ਦੇਣਾ, ਨਹੀਂ। ਇੱਕੋ ਹੀ ਨਾਮ ਹੈ ਸੱਚਾ, ਸੱਚੀ ਬਾਣੀ ਦੇ ਰਾਹੀਂ। ਜਿਹੜਾ ਨਾਮ ਗੁਰੂ ਨਾਨਕ ਸਾਹਿਬ ਜੀ ਧੁਰੋਂ ਉਸ ਮਾਲਕ ਦੇ ਘਰ ਵਿੱਚੋਂ ਬਖਸ਼ਿਸ਼ ਦੇ ਰੂਪ ਵਿੱਚ ਸਾਡੇ ਜੀਵਨ ਦੇ ਭਲੇ ਵਾਸਤੇ ਸਾਨੂੰ ਇਹ ਦਾਤ ਦੇਣ ਵਾਸਤੇ ਲੈ ਕੇ ਆਏ ਨੇ, ਉਹ ਨਾਮ ਦ੍ਰਿੜ ਕਰ ਲਿਆ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਭਾਈ ਲਹਿਣਾ ਜੀ ਬਣ ਕੇ ਆਏ। ਦ੍ਰਿੜ ਦਾ ਅਰਥ ਹੁੰਦਾ ਪੱਕਾ ਕਰਨਾ। ਗੁਰੂ ਸਾਹਿਬ ਜੀ ਜਿਹੜਾ ਚਰਨ ਸ਼ਰਨ ਵਿੱਚ ਆਉਂਦਾ ਹੈ, ਉਹਨੂੰ ਵਹਿਮ ਭਰਮ ਵਿੱਚੋਂ ਦੀ ਕੱਢ ਕੇ ਇੱਕ ਨਾਮ ਅੰਦਰ ਦ੍ਰਿੜ ਕਰਵਾ ਦਿੰਦੇ ਨੇ ਕਿ ਇੰਨਾ ਦ੍ਰਿੜ ਤੇਰੇ ਅੰਦਰ ਨਾਮ ਹੋ ਜਾਏ, ਪੱਕਾ ਹੋ ਜਾਏ ਕਿ ਜੇ ਸੁਖ ਦੇ ਤਾਂ ਤੁਝ ਹੈ ਅਰਾਧੀ, ਦੁੱਖ ਭੀ ਤੁਝ ਹੈ ਧਿਆਈ। ਜੇ ਸੁਖ ਆਵੇ ਤਾਂ ਵੀ ਉਹਦਾ ਨਾਮ, ਤੇ ਜੇ ਦੁੱਖ ਆ ਜਾਏ ਤਾਂ ਵੀ ਉਹਦਾ ਹੀ ਨਾਮ ਧਿਆਉਣਾ ਹੈ। ਇਹ ਨਹੀਂ ਕਿ ਸੁਖ ਆਇਆ ਤੇ ਧਿਆ ਲਿਆ, ਦੁੱਖ ਆਇਆ ਤੇ ਕਿਸੇ ਹੋਰ ਦਾ ਪੱਲਾ ਪਕੜ ਲਿਆ। ਦੁੱਖ ਆਇਆ ਇਹਦਾ ਮਤਲਬ ਹਜੇ ਅੰਦਰ ਦ੍ਰਿੜ ਨਹੀਂ ਹੋਇਆ, ਹਜੇ ਅੰਦਰ ਨਾਮ ਜਿਹੜਾ ਸੀ ਉਹ ਪੱਕਾ ਨਹੀਂ ਹਿਰਦੇ ਵਿੱਚ ਵਸਿਆ, ਕਿਉਂਕਿ ਹਜੇ ਤੇ ਡੋਲ ਰਿਹਾ ਮਨ। ਇਹ ਦੁੱਖ ਵਿੱਚ ਕਿਤੇ ਹੈ, ਸੁੱਖ ਵਿੱਚ ਕਿਤੇ ਹੈ, ਲਾਭ ਵਿੱਚ ਕਿਤੇ ਹੈ, ਘਾਟੇ ਵਿੱਚ ਕਿਤੇ ਹੈ। ਪਰ ਗੁਰੂ ਸਾਹਿਬ ਕਹਿੰਦੇ, ਗੁਰੂ ਕੇ ਸਿੱਖੋ, ਤੁਸੀਂ ਇਹ ਨਾਮ ਆਪਣੇ ਅੰਦਰ ਜੇ ਦ੍ਰਿੜ ਰੱਖੋਗੇ ਨਾ, ਤਾਂ ਤੁਹਾਡੇ ਜੀਵਨ ਦੇ ਵਿੱਚ ਦੁੱਖ ਵੀ ਸੁੱਖ ਬਣ ਜਾਏਗਾ। ਦੁੱਖ ਵਿੱਚ ਸੁਖ ਮਨਾਈ ਵਾਲੀ ਅਵਸਥਾ ਤੁਹਾਡੀ ਹੋ ਜਾਏਗੀ। ਤੁਹਾਡੇ ਉੱਠਦਿਆਂ ਬਹਿੰਦਿਆਂ ਘਰ ਦੇ ਅੰਦਰ, ਘਰ ਦੇ ਬਾਹਰ ਸੁੱਖ ਹੀ ਸੁੱਖ ਵਰਤੇਗਾ। ਪਰ ਜੇ ਤੁਸੀਂ ਆਹ ਨਾਮ ਆਪਣੇ ਅੰਦਰ ਦ੍ਰਿੜ ਕਰ ਲਵੋਗੇ ਕਿ ਤੁਹਾਨੂੰ ਕੋਈ ਵੀ ਜਿਹੜਾ ਹੈ ਉਹ ਡੁਲਾ ਨਾ ਸਕੇ, ਤੁਸੀਂ ਡੋਲ ਨਾ ਜਾਓ। ਜਦੋਂ ਦੁੱਖ ਦੀ ਘੜੀ ਆਉਂਦੀ ਹੈ ਨਾ, ਤਾਂ ਕਈ ਲੋਕ ਉਸ ਦੁੱਖ, ਉਸ ਮਜਬੂਰੀ ਦਾ ਫਾਇਦਾ ਚੁੱਕਣ ਵਾਸਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਘਰ ਕਿ ਤੁਹਾਡੇ ਅਸੀਂ ਦੁੱਖ ਵਿੱਚ ਨਾਲ ਖਲੋਵਾਂਗੇ, ਤੁਹਾਡੀ ਇਸ ਮੁਸ਼ਕਲ ਦੀ ਘੜੀ 'ਚ ਖਲੋਵਾਂਗੇ, ਬਸ ਇੱਕ ਕੰਮ ਕਰਨਾ, ਜਿਹੜਾ ਅਸੀਂ ਨਾਮ ਦਿਆਂਗੇ ਜਪਣਾ ਉਹ ਪੈਣਾ ਤੁਹਾਨੂੰ। ਫਿਰ ਕਈ ਵਾਰੀ ਦੁੱਖਾਂ ਦਾ ਮਾਰਿਆ ਹੋਇਆ ਪ੍ਰਾਣੀ ਕਹਿੰਦਾ ਚਲੋ ਕੋਈ ਨਹੀਂ, ਇਹ ਜਿਹੜਾ ਨਾਮ ਦਿੰਦੇ ਆ ਉਹ ਜਪ ਲੈਂਦੇ ਆ, ਆਪਾਂ ਤੇ ਘਰ ਦੇ ਵਿੱਚ ਸੁੱਖ ਚਾਹੀਦਾ ਹੈ। ਪਰ ਹੁੰਦਾ ਕੀ ਹੈ, ਅਸੀਂ ਉੱਥੇ ਡੋਲ ਗਏ, ਅਸੀਂ ਉੱਥੇ ਗੁੰਮਰਾਹ ਹੋ ਗਏ, ਭਟਕ ਗਏ ਥੋੜੇ ਜਿਹੇ ਲੋਭ ਲਾਲਚ ਦੇ ਪਿੱਛੇ। ਇਸ ਲਈ ਗੁਰੂ ਸਾਹਿਬ ਨਾਮ ਅੰਦਰ ਦ੍ਰਿੜ ਕਰਵਾਉਂਦੇ ਨੇ ਕਿ ਤੂੰ ਇੱਕ ਅਕਾਲ ਪੁਰਖ ਪਰਮੇਸ਼ਵਰ ਤੋਂ ਸਿਵਾ ਕਿਸੇ ਹੋਰ ਦੇ ਅੱਗੇ ਹੱਥ ਜੋੜ ਕੇ ਅਰਦਾਸ ਨਹੀਂ ਕਰਨੀ। ਤੂੰ ਇੱਕ ਅੱਗੇ ਹੀ ਅਰਦਾਸ ਕਰਨੀ ਹੈ ਕਿ ਮੈਂ ਹੋਰ ਥਾਉ ਨਹੀਂ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇਹ ਅੰਦਰ ਦ੍ਰਿੜ ਕਰਵਾਇਆ ਗੁਰੂ ਸਾਹਿਬ ਨੇ। ਜਿਨ੍ਹਾਂ ਦੇ ਅੰਦਰ ਨਾਮ ਦ੍ਰਿੜ ਹੋ ਗਿਆ, ਮਹਾਰਾਜ ਜੀ ਕਹਿੰਦੇ ਆ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਇੱਥੇ ਕਹਿ ਰਹੇ ਨੇ ਕਿ ਗੁਰੂ ਸਾਹਿਬ ਜੀਓ ਤੈਂ ਤਉ, ਤੈਂ ਤਉ ਦਾ ਅਰਥ ਗੁਰੂ ਅੰਗਦ ਦੇਵ ਜੀ ਨੂੰ ਸੰਬੋਧਨ ਕਰਕੇ ਕਹਿ ਰਿਹਾ ਕਿ ਆਪ ਜੀ ਨੇ
ਦ੍ਰਿੜਿਓ ਨਾਮ ਅਪਾਰ। ਉਹ ਅਪਾਰ ਨਾਮ ਜਿਹਦਾ ਕੋਈ ਅੰਤ ਹੀ ਨਹੀਂ ਪਾ ਸਕਦਾ, ਜਿਹਦਾ ਕੋਈ ਪਰਲਾ ਕਿਨਾਰਾ ਹੀ ਨਹੀਂ ਹੈ, ਜਿਹੜਾ ਅਥਾਹ ਬਖਸ਼ਿਸ਼ਾਂ ਦੇ ਨਾਲ, ਰਸ ਦੇ ਨਾਲ ਭਰਿਆ ਹੋਇਆ ਪਵਿੱਤਰ ਪਰਮਾਤਮਾ ਦਾ ਨਾਮ ਹੈ। ਉਹ ਗੁਰੂ ਅੰਗਦ ਦੇ ਮਹਾਰਾਜ ਜੀ, ਤੁਸੀਂ ਉਹਨੂੰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਆਪਣੇ ਹਿਰਦੇ ਦੇ ਅੰਦਰ ਦ੍ਰਿੜ ਕੀਤਾ ਹੋਇਆ ਹੈ। ਉਹਨੂੰ ਆਪਣੇ ਹਿਰਦੇ ਵਿੱਚ ਤੁਸੀਂ ਪੱਕੇ ਤੌਰ ਤੇ ਵਸਾਇਆ ਹੋਇਆ ਹੈ। ਉਹਦੇ ਨਾਲ ਕੀ ਹੋਇਆ? ਜਦੋਂ ਨਾਮ ਅੰਦਰ ਦ੍ਰਿੜ ਹੋ ਗਿਆ, ਹਿਰਦੇ ਵਿੱਚ ਵਸ ਗਿਆ, ਤਾਂ ਸਾਹਿਬ ਜੀ ਦੀ ਉਸਤਤ ਵਿੱਚ ਕਹਿੰਦੇ ਬਿਮਲ ਜਾਸ ਬਿਥਾਰ। ਬੇਮਲ, ਮਲ ਤੋਂ ਰਹਿਤ। ਮਲ ਤੋਂ ਰਹਿਤ ਦਾ ਮਤਲਬ ਹੈ ਪਵਿੱਤਰ। ਤੁਹਾਡੇ ਅੰਦਰ ਹਿਰਦੇ ਦੇ ਵਿੱਚ ਜਿਹੜੀ ਪਵਿੱਤਰਤਾ ਬਣ ਗਈ ਹੈ ਨਾ, ਉਸ ਪਵਿੱਤਰਤਾ ਕਰਕੇ ਜਾਸ, ਜਾਸ ਦਾ ਅਰਥ ਹੈ ਜਸ। ਤੁਹਾਡਾ ਜਿਹੜਾ ਜਸ ਹੈ ਉਹ ਬੜਾ ਪਵਿੱਤਰ ਜਸ ਹੈ। ਹੁਣ ਫਿਰ ਧਿਆਨ ਲਾ ਕੇ ਸੁਣਿਓ, ਕਿਉਂ ਪਵਿੱਤਰ ਜਸ ਹੋ ਗਿਆ? ਕਿਉਂਕਿ ਅੰਦਰ ਨਾਮ ਦ੍ਰਿੜ ਹੋ ਗਿਆ। ਤੇ ਉਹ ਤਾਂ ਸਾਨੂੰ ਵੀ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਆ ਵੀ ਤੂੰ ਬਾਣੀ ਦਾ ਇੱਕ ਕਿਣਕਾ ਹੀ ਅੰਦਰ ਵਸਾ ਕੇ ਵੇਖ। ਇੱਕ ਕਿਣਕਾ ਵੀ ਬਾਣੀ ਦਾ ਤੇਰੇ ਅੰਦਰ ਵਸ ਜਾਏਗਾ, ਇੱਕ ਸ਼ਬਦ ਵੀ ਤੇਰੇ ਅੰਦਰ ਵਸ ਜਾਏਗਾ, ਤੇ ਤੇਰੇ ਜਨਮਾਂ ਜਨਮਾਂ ਦੀ ਲੱਗੀ ਹੋਈ ਮਲ ਨੂੰ ਉਹ ਇੱਕ ਸ਼ਬਦ ਨਹੀਂ ਧੋ ਕੇ ਰੱਖ ਦੇਣਾ। ਹੁਣ ਮਲ ਲੱਗੀ ਹੈ ਕਈ ਜਨਮਾਂ ਦੀ, ਚਲੋ ਕਈ ਜਨਮ ਆਪਾਂ ਕਿਹੜਾ ਦੇਖੇ ਨੇ। ਬੰਦਾ ਕਹਿੰਦਾ ਮੈਂ ਕਿਹੜਾ ਵੇਖੇ, ਕਿੰਨੇ ਜਨਮ ਹੋ ਗਏ ਮੈਨੂੰ ਸੰਸਾਰ ਵਿੱਚ ਆਉਂਦਿਆਂ ਹੋਇਆਂ, ਮੈਂ ਤੇ ਇਸ ਜਨਮ ਬਾਰੇ ਜਾਣਦਾ। ਚਲੋ ਇਸ ਜਨਮ ਬਾਰੇ ਜਾਣਦੇ ਆ ਤੇ ਆਪਣੀ ਆਪਣੀ ਉਮਰ ਦਾ ਹਿਸਾਬ ਲਾ ਲਈਏ। ਮੰਨ ਲਓ 40 ਸਾਲ ਹੋ ਗਏ, 50 ਸਾਲ ਹੋ ਗਏ, 60 ਸਾਲ ਹੋ ਗਏ। ਉਹ 50-60 ਸਾਲ ਦੇ ਵਿੱਚ ਜੇ ਆਪਾਂ ਪਹਿਲਾਂ 10, 12, 15 ਸਾਲ ਕੱਢ ਦਈਏ, ਪਰ ਚਲੋ 20-25 ਸਾਲ ਦੀ ਮਲ ਤਾਂ ਅੰਦਰ ਹੈ ਨਾ ਵਿਕਾਰਾਂ ਦੀ। ਹੁਣ ਉਹ ਜਿਹੜੀ 20-25 ਸਾਲ ਤੋਂ ਅੰਦਰ ਮਲ ਅੰਦਰ ਜਮਾ ਹੋਈ ਪਈ ਹੈ ਵਿਕਾਰਾਂ ਦੀ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ ਦੀ, ਉਹਨੂੰ ਜਦੋਂ ਉਹਨੇ ਧੁੱਪਣਾ ਨਾ ਤਾਂ ਉਹਨੂੰ ਅੱਗੋਂ 20 ਸਾਲ ਨਹੀਂ ਲੱਗਣਗੇ ਧੁੱਪਣ ਲਈ। ਬਸ ਇੱਕ ਸ਼ਬਦ ਅੰਦਰ ਵਸਣ ਦੀ ਦੇਰੀ ਹੈ। ਕਿਣਕਾ ਇੱਕ ਅੰਦਰ ਹਿਰਦੇ ਵਿੱਚ ਵਸਣ ਦੀ ਦੇਰੀ ਹੈ। ਜਿੱਦਨ ਇੱਕ ਸ਼ਬਦ, ਇੱਕ ਕਿਣਕਾ ਅੰਦਰ ਵਸ ਗਿਆ, ਉਸੇ ਦਿਨ ਹੀ ਭਾਂਡਾ ਬੇਮਲ ਹੋ ਜਾਏਗਾ। ਉਸੇ ਦਿਨ ਹੀ ਇਹ ਸਾਰੀ ਮਲ ਜਿਹੜੀ ਹੈ ਅੰਦਰੋਂ ਦੀ ਧੁੱਪ ਜਾਏਗੀ, ਨਿਕਲ ਜਾਏਗੀ। ਪਰ ਅਭਿਆਸ ਇਸੇ ਲਈ ਕਰਨਾ ਵੀ ਸ਼ਬਦ ਅੰਦਰ ਵਸ ਜਾਏ। ਜੇ ਸੱਜਣ ਨੇ ਆਪਣੇ ਅੰਦਰ ਦੀ ਮਲ ਧੋ ਦਿੱਤੀ, ਕਿੰਨੇ ਕੁ ਸ਼ਬਦ ਸੁਣੇ ਸੀ, ਇੱਕ ਸ਼ਬਦ ਨਹੀਂ ਅੰਦਰ ਨੂੰ ਧੋ ਕੇ ਰੱਖ ਦਿੱਤਾ, ਕਿਉਂਕਿ ਉਹ ਸ਼ਬਦ ਪੜਨ ਵਾਲੇ ਗੁਰੂ ਨਾਨਕ ਸਾਹਿਬ ਸੀ। ਇੱਕ ਸ਼ਬਦ ਹੀ ਇੰਨਾ ਪਿਆਰ ਟਿਕਾ ਨਾਲ ਪੜਿਆ ਕਿ ਅੰਦਰ ਸਾਰਾ ਧੋ ਕੇ ਹੀ ਰੱਖ ਦਿੱਤਾ। ਜਿਹੜਾ ਸੱਜਣ ਬਾਹਰੋਂ ਸੱਜਣ ਸੀ, ਅੱਜ ਅੰਦਰੋਂ ਵੀ ਸੱਜਣ ਬਣ ਗਿਆ। ਇੱਕ ਸ਼ਬਦ ਨਹੀਂ ਅੰਦਰ ਸਮਝਾ ਕੇ ਰੱਖ ਦਿੱਤਾ ਕਿ ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ। ਇਹ ਬਾਹਰੋਂ ਭਾਂਡੇ ਤਾਂ ਚਮਕਦੇ ਨੇ, ਕਹਿ ਦਾ ਭਾਂਡਾ ਚਮਕਦਾ ਹੈ, ਪਰ ਜਦੋਂ ਰਗੜਦੇ ਆ ਤੇ ਕਾਲਖ ਤੋਂ ਸਿਵਾ ਕੁਝ ਨਹੀਂ। ਬੰਦਿਆ ਤੂੰ ਬਾਹਰੋਂ ਤਾਂ ਬੜਾ ਚਮਕਦਾ ਹੈ, ਬੜਾ ਸਾਫ਼ ਸੁਥਰਾ ਤੂੰ ਬਾਹਰੋਂ ਨਜ਼ਰ ਆਉਣਾ ਹੈ, ਪਰ ਜਿੰਨਾ ਤੂੰ ਆਪਣੇ ਆਪ ਨੂੰ ਬਾਹਰੋਂ ਸਾਫ਼ ਸੁਥਰਾ ਰੱਖਦਾ ਉਹਦੇ ਨਾਲੋਂ ਕਈ ਗੁਣਾ ਵੱਧ ਤੂੰ ਅੰਦਰ ਕਾਲਖ ਨਾਲ ਭਰਿਆ ਹੈ। ਹੁਣ ਕੱਪੜੇ ਦੀ ਕਾਲਖ ਹੋਵੇ ਬੰਦਾ ਧੋ ਸਕਦਾ ਹੈ, ਹੱਥਾਂ ਦੀ ਪੈਰਾਂ ਦੀ ਕਾਲਖ ਹੋਵੇ ਧੋ ਸਕਦਾ ਹੈ, ਪਰ ਜਿਹੜੀ ਜਨਮ ਜਨਮ ਦੀ ਮਨ ਨੂੰ ਲੱਗੀ ਹੋਈ ਕਾਲਖ ਹੈ ਉਹ ਕਿਵੇਂ ਧੋਵਾਂਗੇ? ਉਹਦੇ ਵਾਸਤੇ ਨਾਮ ਦਾ ਰੰਗ ਵਰਤਣਾ ਪੈਣਾ। ਉਹਦੇ ਲਈ ਨਾਮ ਦੀ ਪ੍ਰੀਤ ਸਾਨੂੰ ਪਾਉਣੀ ਪਏਗੀ, ਕਿਉਂਕਿ ਨਾਮ ਤੋਂ ਬਿਨਾਂ ਅੰਦਰ ਦੀ ਮਲ ਧੁੱਪਣੀ ਨਹੀਂ। ਇਸ ਲਈ ਗੁਰੂ ਸਾਹਿਬ ਜੀ, ਜਦੋਂ ਤੁਸੀਂ ਨਾਮ ਆਪਣੇ ਅੰਦਰ ਦ੍ਰਿੜ ਕਰ ਲਿਆ, ਬੇਮਲ ਜਾਸ ਬਿਥਾਰ, ਤੁਹਾਡਾ ਜਿਹੜਾ ਵਿਸ਼ਾਲ ਰੂਪ ਦੇ ਵਿੱਚ ਜਸ ਹੋਇਆ, ਫੈਲਿਆ, ਉਹ ਬੇਮਲ ਪਵਿੱਤਰ ਸੀ। ਤੁਹਾਡੀ ਪਵਿੱਤਰਤਾ ਵਾਲਾ ਜਸ ਸੰਸਾਰ ਵਿੱਚ ਜਿਹੜਾ ਫੈਲ ਰਿਹਾ ਹੈ। ਸਾਧਕ ਸਿੱਧ ਸੁਜਨ ਜੀਆਂ ਕੋ ਆਧਾਰ। ਗੁਰੂ ਅੰਗਦ ਦੇ ਪਾਤਸ਼ਾਹ ਜੀਓ, ਸਾਧਕ ਦਾ ਅਰਥ ਹੁੰਦਾ ਹੈ ਸਾਧਨਾਵਾਂ ਕਰਨ ਵਾਲਾ, ਜਿਹੜਾ ਹਜੇ ਸਾਧਨਾਵਾਂ ਕਰ ਲਿਆ ਹੈ। ਸਿੱਧ ਦਾ ਅਰਥ ਹੁੰਦਾ ਜਿਹਨੇ ਸਾਧਨਾਵਾਂ ਕਰਕੇ ਸਿੱਧੀਆਂ ਪ੍ਰਾਪਤ ਕਰ ਲਈਆਂ। ਇੱਕ ਸਾਧਨਾ ਕਰ ਰਿਹਾ ਹੈ, ਇੱਕ ਕਰਕੇ ਸਫਲਤਾ ਹਾਸਲ ਕਰ ਚੁੱਕਾ ਹੈ। ਜਿਹੜਾ ਸਫਲ ਕਰ ਚੁੱਕਾ ਹੈ ਉਹਨੂੰ ਸਿੱਧ ਕਹਿੰਦੇ ਨੇ, ਜਿਹੜਾ ਹਜੇ ਸਾਧਨਾਵਾਂ ਕਰ ਰਿਹਾ ਉਹਨੂੰ ਸਾਧਕ ਕਹਿੰਦੇ।
ਕਹਿਣ ਲੱਗੇ ਜਿਹੜੇ ਸਾਧਕ ਨੇ ਜਾਂ ਸਿੱਧ ਨੇ, ਸੋ ਜਨ ਜਿਹੜੇ ਸਿਆਣੇ ਸੂਝਵਾਨ ਜਨ ਨੇ, ਜੀਆਂ ਕੋ ਆਧਾਰ ਗੁਰੂ ਅੰਗਦ ਦੇ ਮਹਾਰਾਜਿਓ, ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਬਖਸ਼ਿਸ਼ਾਂ ਲੈ ਕੇ ਚਵਰ ਛਤਰ ਤਖਤ ਦੇ ਮਾਲਕ ਬਣ ਕੇ ਤੁਸੀਂ ਇੰਨਾ ਪਵਿੱਤਰ ਜਸ ਆਪਣਾ ਜਿਹੜਾ ਬਣਾ ਲਿਆ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਸਾਰੇ ਜੀ ਜਿੰਨੇ ਵੀ ਨੇ ਉਹਨਾਂ ਸਾਰੇ ਜੀਆਂ ਦੇ ਵਿੱਚ ਸਿੱਧ ਵੀ ਆ ਜਾਂਦੇ ਆ, ਸਾਧਕ ਵੀ ਆ ਜਾਂਦੇ ਨੇ, ਸੁਜਾਨ ਜਿਹੜੇ ਸੂਝਵਾਨ ਜਨ ਨੇ ਉਹ ਵੀ ਆ ਜਾਂਦੇ, ਸਾਰੇ ਦੇ ਸਾਰੇ ਜੀਆਂ ਦਾ ਆਧਾਰ ਆਸਰਾ ਤੁਸੀਂ ਹੋ। ਹੁਣ ਇਹ ਮੰਨਣ ਲੱਗ ਪਏ ਕਿ ਜੇ ਕੋਈ ਸਾਡਾ ਆਸਰਾ ਹੈ ਤਾਂ ਉਹ ਗੁਰੂ ਅੰਗਦ ਦੇ ਮਹਾਰਾਜ ਜੀ ਨੇ, ਜਿਨ੍ਹਾਂ ਦੇ ਚਰਨਾਂ ਵਿੱਚ ਜੁੜ ਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ। ਹੁਣ ਗੁਰੂ ਸਾਹਿਬ ਦੇ ਘਰ ਦੀ ਉਸਤਤ ਜਿਹੜੀ ਹੋ ਰਹੀ ਹੈ, ਹੋਵੇ ਸਿਫਤ ਖਸਮ ਦੀ, ਸੱਤਾ ਤੇ ਬਲਵੰਡ ਦੀ ਵਾਰ ਜਦੋਂ ਆਪਾਂ ਪੜ੍ਹਦੇ ਹਾਂ, ਕਹਿਣ ਲੱਗੇ ਗੁਰੂ ਸਾਹਿਬ ਤੁਹਾਡੇ ਘਰ ਦੇ ਵਿੱਚ ਸਿਫਤ ਖਸਮ ਦੀ ਹੋ ਰਹੀ ਹੈ। ਉਹ ਜਿਹੜਾ ਨੂਰ ਵਰਤ ਰਿਹਾ ਹੈ ਉਹ ਦਰਗਾਹੀ ਨੂਰ ਤੁਹਾਡੇ ਘਰ ਦੇ ਵਿੱਚ ਵਰਤ ਰਿਹਾ ਹੈ, ਤੇ ਜਿਹੜਾ ਤੁਹਾਡਾ ਦਰਸ਼ਨ ਕਰਦਾ ਤੇ ਉਹਦੇ ਪਾਪ ਕਿਉਂ ਨਹੀਂ ਨਾਸ਼ ਹੋਣਗੇ। ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀ ਹੈ, ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਜਿਨ੍ਹਾਂ ਨੇ ਤੁਹਾਨੂੰ ਡਿਠਾ, ਜਿਨ੍ਹਾਂ ਨੇ ਭਾਵਨਾ ਨਾਲ ਤੁਹਾਡਾ ਦੀਦਾਰ ਕੀਤਾ, ਜਿਨ੍ਹਾਂ ਨੇ ਭਾਵਨਾ ਨਾਲ ਤੁਹਾਡੇ ਅੰਮ੍ਰਿਤਮਈ ਬੋਲ ਪਾਵਨ ਬਚਨ ਸੁਣ ਕੇ ਆਪਣੇ ਹਿਰਦੇ ਵਿੱਚ ਵਸਾ ਲਏ, ਉਹਨਾਂ ਦੇ ਜਨਮਾਂ ਜਨਮਾਂ ਦੀ ਮੱਲ ਉਤਰ ਗਈ। ਇਸ ਲਈ ਹੁਣ ਗੁਰੂ ਸਾਹਿਬ ਤੁਹਾਡਾ ਜਸ ਜਿਹੜਾ ਸੰਸਾਰ ਦੇ ਵਿੱਚ ਫੈਲਿਆ ਹੈ, ਜਿਹਦਾ ਵਿਸਥਾਰ ਹੋਇਆ ਹੈ, ਇਦਾਂ ਲੱਗਦਾ ਹੈ ਕਿ ਤੁਸੀਂ ਸਾਰੇ ਜੀਆਂ ਦਾ ਆਸਰਾ ਤੁਸੀਂ ਹੋ ਜੀ। ਤੂੰ ਤਾਂ ਜਨਕ ਰਾਜਾ ਅਵਤਾਰ, ਸ਼ਬਦ ਸੰਸਾਰ ਸਾਰ, ਰਹਿ ਜਗਤਰ ਜਲ ਪਦਮ ਵਿਚਾਰ। ਇਸ ਪੰਕਤੀ ਨੂੰ ਥੋੜਾ ਧਿਆਨ ਲਾ ਕੇ ਸਮਝਣਾ ਪੈਣਾ ਹੈ। ਸਿੰਪਲ ਜਿਹੇ ਅਰਥ ਨੇ, ਤੂੰ ਤਾਂ ਜਨਕ ਰਾਜਾ ਅਵਤਾਰ। ਹੁਣ ਜਨਕ ਰਾਜਾ ਹੋਇਆ, ਉਹ ਬੜਾ ਭਗਤੀ ਵਾਲਾ ਧਰਮੀ ਰਾਜਾ ਹੋਇਆ, ਪਰ ਜਦੋਂ ਅਸੀਂ ਅਰਥ ਕਰਾਂਗੇ ਵੀ ਤੁਸੀਂ ਤਾਂ ਜਨਕ ਰਾਜਾ ਦਾ ਅਵਤਾਰ ਹੋ, ਫਿਰ ਗੱਲ ਉੱਥੇ ਬਣਨੀ ਨਹੀਂ। ਗੁਰੂ ਅੰਗਦ ਦੇ ਮਹਾਰਾਜ ਜੀ, ਤੁਸੀਂ ਜਿਹੜਾ ਜਨਕ ਰਾਜਾ ਹੋਇਆ, ਧਰਮੀ ਰਾਜਾ ਹੋਇਆ, ਤੁਸੀਂ ਉਹਦਾ ਅਵਤਾਰ ਹੋ, ਇੱਥੇ ਗੱਲ ਫਿਰ ਢੁਕਦੀ ਨਜ਼ਰ ਨਹੀਂ ਆਉਂਦੀ। ਇਹਦਾ ਅਰਥ ਅਸੀਂ ਕਰਾਂਗੇ ਜਨਕ। ਜਨਕ ਦਾ ਅਰਥ ਹੁੰਦਾ ਹੈ ਪਿਤਾ। ਪਿਤਾ ਦਾ ਅਰਥ ਹੈ ਏਕ ਪਿਤਾ ਏਕ ਸਕੇ ਹਮ ਬਾਰਕ। ਜਨਕ ਦਾ ਅਰਥ ਹੈ ਪਰਮ ਪਰਮਾਤਮਾ, ਤੇ ਰਾਜਾ ਦਾ ਅਰਥ ਹੈ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਰਾਜਾ ਦਾ ਅਰਥ ਹੈ ਕਿ ਰਾਜਾਨ ਰਾਜ, ਉਹ ਜਿਹੜਾ ਰਾਜਿਆਂ ਦਾ ਵੀ ਰਾਜਾ ਹੈ। ਕਹਿਣ ਲੱਗੇ ਹੇ ਗੁਰੂ ਅੰਗਦ ਦੇ ਪਾਤਸ਼ਾਹ ਜੀਓ, ਜੋ ਪਰਮ ਪਿਤਾ ਪਰਮਾਤਮਾ, ਸਾਰੇ ਸੰਸਾਰ ਦਾ ਮਾਲਕ, ਜਿਹੜਾ ਸਭ ਤੋਂ ਵੱਡਾ ਰਾਜਾ ਪਰਮਾਤਮਾ ਹੈ, ਤੁਸੀਂ ਉਹਦਾ ਅਵਤਾਰ ਹੋ। ਹਾਲਾਂਕਿ ਜਿਹੜਾ ਸੰਸਾਰ ਵਿੱਚ ਜਨਕ ਰਾਜਾ ਉਹਦਾ ਨਹੀਂ, ਜਿਹੜਾ ਪਰਮ ਪਿਤਾ ਪਰਮਾਤਮਾ ਹੈ, ਸਾਰੇ ਸੰਸਾਰ ਦਾ ਮਾਲਕ ਹੈ, ਉਹ ਜਿਹੜਾ ਰਾਜਾਨ ਰਾਜ ਸਭ ਤੋਂ ਵੱਡਾ ਰਾਜਾ ਹੈ, ਤੁਸੀਂ ਉਹਦਾ ਅਵਤਾਰ ਹੋ। ਸ਼ਬਦ ਸੰਸਾਰ ਸਾਰ, ਸੰਸਾਰ ਦੇ ਰਾਰੇ ਨੂੰ ਸਿਹਾਰੀ ਸੰਸਾਰ ਵਿੱਚ, ਇਸ ਸੰਸਾਰ ਦੇ ਵਿੱਚ ਜਿਹੜਾ ਸਾਰ ਦੇ ਰਾਰੇ ਨੂੰ ਔਂਕੜ ਲੱਗੀ ਹੈ, ਉੱਤਮ ਸ਼ਬਦ, ਸ੍ਰੇਸ਼ਟ ਸ਼ਬਦ। ਸਾਰ ਦਾ ਅਰਥ ਲੋਹਾ ਵੀ ਹੁੰਦਾ ਹੈ, ਸਾਰ ਦਾ ਅਰਥ ਉੱਤਮ ਵੀ ਹੁੰਦਾ ਹੈ, ਸਾਰ ਦਾ ਅਰਥ ਨਿਚੋੜ ਵੀ ਹੁੰਦਾ ਵੀ ਇਹਦਾ ਸਾਰ ਕੀ ਹੈ, ਇਹਦਾ ਨਿਚੋੜ ਕੀ ਹੈ। ਇੱਥੇ ਸਾਰ ਦਾ ਅਰਥ ਹੈ ਸ੍ਰੇਸ਼ਟ। ਸੰਸਾਰ ਦੇ ਵਿੱਚ ਮਹਾਰਾਜ ਜੀ ਜਿਹੜਾ ਉੱਤਮ ਸ਼ਬਦ ਹੈ, ਉਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੁਹਾਡੇ ਕੋਲ ਹੈ। ਉਹ ਸ਼ਬਦ ਕਿੱਥੋਂ ਆਇਆ? ਗੁਰੂ ਨਾਨਕ ਸਾਹਿਬ ਜੀ ਤੋਂ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਪਹਿਲੀ ਵਾਰ ਬੀਬੀ ਅਮਰੋ ਜੀ ਪਾਸੋਂ ਦੀ ਗੁਰਬਾਣੀ ਸੁਣਦੇ ਨੇ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਤੇ ਇੱਕੋ ਗੱਲ ਪੁੱਛੀ ਸੀ, ਧੀਏ ਇਹ ਸ਼ਬਦ ਕਿਹਦਾ ਹੈ? ਤਾਂ ਬੀਬੀ ਅਮਰੋ ਜੀ ਨੇ ਕਿਹਾ ਸੀ ਸਤਿਗੁਰੂ ਪਿਤਾ ਗੁਰਦੇਵ ਜੀ ਨੂੰ
ਕਿ ਪਿਤਾ ਜੀ, ਕਿਉਂਕਿ ਹਜੇ ਤਾਂ ਉਹ ਪਿਤਾ ਦੇ ਰੂਪ ਵਿੱਚ ਨੇ ਨਾ, ਕਹਿਣ ਲੱਗੇ ਪਿਤਾ ਜੀ ਇਹ ਸ਼ਬਦ ਜਿਹੜੇ ਮੇਰੇ ਪਿਤਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੋਂ ਮੈਨੂੰ ਮਿਲਿਆ, ਪਰ ਇਹ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ। ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਮੇਰੇ ਪਿਤਾ ਗੁਰਦੇਵ ਗੁਰੂ ਅੰਗਦ ਦੇਵ ਜੀ ਪਾਸੋਂ ਮੈਨੂੰ ਮਿਲਿਆ ਹੈ। ਇਹਦਾ ਮਤਲਬ ਜਿੰਨੀ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ, ਉਹ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਆਸਨ ਤੇ ਬੈਠ ਕੇ ਤਖਤ ਦੇ ਮਾਲਕ ਬਣਦੇ ਨੇ, ਉਹ ਬਾਣੀ ਦਾ ਸ਼ਬਦ ਦਾ ਖਜ਼ਾਨਾ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਜੀ ਨੂੰ ਬਖਸ਼ਦੇ ਨੇ। ਇਸ ਲਈ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਸੀਂ ਪਰਮ ਪਰਮੇਸ਼ਵਰ ਪਰਮਾਤਮਾ ਦਾ ਅਵਤਾਰ ਹੋ, ਔਰ ਤੁਹਾਡੇ ਕੋਲ ਸੰਸਾਰ ਦੇ ਵਿੱਚ ਉਹ ਉੱਤਮ ਸ਼ਬਦ ਹੈ, ਉਹ ਸ੍ਰੇਸ਼ਟ ਸ਼ਬਦ ਹੈ, ਜਿਹਦੇ ਨਾਲ ਤੁਸੀਂ ਸੰਸਾਰ ਦੇ ਜੀਆਂ ਦਾ ਭਲਾ ਕਰਦੇ ਹੋ। ਤੇ ਗੁਰਬਾਣੀ ਵਿੱਚ ਦਿੱਤਾ ਕੀ ਜਾ ਰਿਹਾ ਹੈ? ਸ਼ਬਦ ਹੀ ਦਿੱਤਾ ਜਾ ਰਿਹਾ ਹੈ। ਸ਼ਬਦ ਕਿਉਂ ਦਿੱਤਾ ਜਾ ਰਿਹਾ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੁਹਾਨੂੰ ਸ਼ਬਦ ਗੁਰੂ ਦੇ ਰੂਪ ਵਿੱਚ, ਗੁਰੂ ਦਾ ਅਰਥ ਹੈ ਗਿਆਨ ਦੇ ਰੂਪ ਵਿੱਚ ਤੁਹਾਨੂੰ ਸ਼ਬਦ ਦਿੱਤਾ ਹੈ। ਇਹ ਗਿਆਨ ਨਾਲ ਭਰਪੂਰ ਸ਼ਬਦ ਦੀ ਕਮਾਈ ਜਦੋਂ ਤੁਸੀਂ ਕਰੋਗੇ ਤਾਂ ਤੁਹਾਡੀ ਸੁਰਤ ਇਹਦੇ ਨਾਲ ਜੁੜ ਜਾਏਗੀ। ਜਦੋਂ ਸੁਰਤ ਸ਼ਬਦ ਨਾਲ ਜੁੜੇਗੀ ਤਾਂ ਨਿਰੰਕਾਰ ਦੀ ਤੁਹਾਨੂੰ ਪ੍ਰਾਪਤੀ ਹੋ ਜਾਏਗੀ। ਪਰ ਇਹੀ ਤਾਂ ਔਖਾਈ, ਕਠਨ ਕੀ ਹੈ? ਸੁਰਤ ਹੀ ਤਾਂ ਸ਼ਬਦ ਨਾਲ ਨਹੀਂ ਜੁੜ ਰਹੀ। ਜੇ ਸੁਰਤ ਜੁੜ ਰਹੀ ਹੈ ਤਾਂ ਧੁਨ ਨਾਲ ਜੁੜ ਰਹੀ ਹੈ, ਸ਼ਬਦ ਨਾਲ ਨਹੀਂ ਜੁੜ ਰਹੀ। ਸਾਜ਼ ਨਾਲ ਜੁੜ ਰਹੀ ਹੈ, ਸਾਜ਼ਾਂ ਵਿੱਚੋਂ ਦੀ ਨਿਕਲਣ ਵਾਲੀਆਂ ਟਿਊਨਾਂ ਨਾਲ ਤਾਂ ਜੁੜ ਰਹੀ ਹੈ, ਪਰ ਜਿਹੜਾ ਸ਼ਬਦ ਗਾਇਨ ਹੋ ਰਿਹਾ ਉਹਦੇ ਨਾਲ ਸੁਰਤ ਨਹੀਂ ਜੁੜ ਪਾ ਰਹੀ। ਕਿਉਂਕਿ ਹਜੇ ਸਾਡੇ ਕੰਨਾਂ ਨੂੰ ਰਸ ਜਿਹੜਾ ਹੈ ਉਹ ਦੁਨਿਆਵੀ ਧੁਨਾਂ ਦਾ ਚਾਹੀਦਾ ਹੈ। ਤੋ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਹਾਡੇ ਕੋਲ ਉਹ ਉੱਤਮ ਸ੍ਰੇਸ਼ਟ ਸ਼ਬਦ ਹੈ, ਰਹਿ ਜਗਤਰ ਜਲ ਪਦਮ ਵਿਚਾਰ। ਤੁਸੀਂ ਇਸ ਜਗਤ ਦੇ ਵਿੱਚ ਇਸ ਤਰ੍ਹਾਂ ਨਿਰਲੇਪ ਰਹਿੰਦੇ ਹੋ, ਕਿਉਂਕਿ ਜਦੋਂ ਤੁਹਾਨੂੰ ਉੱਤਮ ਸ਼ਬਦ ਮਿਲ ਗਿਆ, ਉੱਤਮ ਸ਼ਬਦ ਦਾ ਮਤਲਬ ਹੈ ਕਿ ਬ੍ਰਹਮ ਦਾ ਗਿਆਨ ਹੋ ਗਿਆ, ਬ੍ਰਹਮ ਦੀ ਸੋਝੀ ਹੋ ਗਈ। ਤੇ ਜਦੋਂ ਵੀ ਬ੍ਰਹਮ ਦਾ ਗਿਆਨ, ਬ੍ਰਹਮ ਦੀ ਸੋਝੀ ਹੋਏਗੀ, ਉਹਦਾ ਜੀਵਨ ਇਸ ਤਰ੍ਹਾਂ ਹੋ ਜਾਏਗਾ ਜਿਵੇਂ ਜਲ ਪਦਮ ਵਿਚਾਰ। ਜਿਸ ਤਰ੍ਹਾਂ ਕਮਲ ਪਾਣੀ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਨਿਰਲੇਪ ਰੱਖ ਕੇ ਉਹ ਖਿੜਿਆ ਵੀ ਰਹਿੰਦਾ ਹੈ ਤੇ ਉਹਦੇ ਅੰਦਰ ਖੁਸ਼ਬੂ ਤੇ ਸੁੰਦਰਤਾ ਭਰੀ ਰਹਿੰਦੀ ਹੈ, ਪਰ ਜਿਸ ਚਿੱਕੜ ਵਿੱਚ ਹੁੰਦਾ ਉਹਦਾ ਲੇਪ ਉਹਦੇ ਤੱਕ ਨਹੀਂ ਪਹੁੰਚਦਾ, ਉਹ ਨਿਰਲੇਪ ਰਹਿੰਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਵੀ ਉੱਤਮ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ ਲੈ ਕੇ ਇੰਨੇ ਕੁ ਤੁਸੀਂ ਬੇਮੱਲ ਦੇ ਰੂਪ ਵਿੱਚ ਹੋ ਗਏ ਹੋ ਕਿ ਤੁਹਾਡੀ ਅਵਸਥਾ ਵੀ ਉਸ ਕਮਲ ਦੀ ਤਰ੍ਹਾਂ ਨਿਰਲੇਪ ਹੈ। ਪਰ ਨਿਰਲੇਪ ਕੌਣ ਹੁੰਦਾ ਹੈ? ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਜਿਹਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਏ। ਹੁਣ ਜਿੰਨਾ ਦੁਨੀਆ ਦਾ ਗਿਆਨ ਅਸੀਂ ਇਕੱਠਾ ਕਰਦੇ ਹਾਂ ਨਾ, ਕਿ ਉਹਦੇ ਨਾਲ ਸਾਡਾ ਮਨ ਜਿਹੜਾ ਹੈ ਉਹ ਮਲ ਤੋਂ ਰਹਿਤ ਹੋ ਜਾਂਦਾ ਹੈ। ਜਿਹੜਾ ਦੁਨਿਆਵੀ ਗਿਆਨ ਹੈ ਇਹ ਸਾਨੂੰ ਬਾਹਰੋਂ ਬੜੀ ਸੋਝੀ ਦਿੰਦਾ ਹੈ, ਬੜਾ ਚਾਨਣ ਦਿੰਦਾ ਹੈ, ਬੜਾ ਗਿਆਨ ਮਿਲਦਾ ਹੈ, ਪਰ ਅੰਦਰ ਜਿਹੜਾ ਸਾਡਾ ਭਾਂਡਾ ਹਿਰਦਾ ਅੰਦਰ ਮੈਲਾ ਹੋਇਆ ਪਿਆ, ਕਹਿੰਦੇ ਉਹਨੂੰ ਧੋਣ ਵਾਸਤੇ ਤੁਹਾਨੂੰ ਬ੍ਰਹਮ ਦੇ ਗਿਆਨ ਦੀ ਲੋੜ ਹੈ। ਤੇ ਬ੍ਰਹਮ ਦਾ ਗਿਆਨ ਕਦੋਂ ਮਿਲੇਗਾ? ਐਵੇਂ ਨਹੀਂ ਮਿਲ ਜਾਏਗਾ। ਇਹ ਆਏ ਤਾਂ ਦੋ ਸ਼ਬਦ ਜਿਹੜੇ ਸੀ ਉਹ ਸੁਣੇ, ਸਮਝ ਕੇ ਬਸ ਚਲੇ ਗਏ ਤੇ ਗੱਲ ਬਣ ਗਈ। ਨਹੀਂ, ਕਹਿੰਦੇ ਬ੍ਰਹਮ ਦਾ ਗਿਆਨ ਉਦੋਂ ਮਿਲਣਾ ਹੈ ਜਦੋਂ ਮਨ ਸਾਚਾ, ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਹੜਾ ਬ੍ਰਹਮ ਗਿਆਨ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਪਾ ਲਿਆ, ਉਹ ਉੱਥੇ ਕਿਤੇ ਨਾ ਕਿਤੇ ਕਮੀ ਸਾਨੂੰ ਨਜ਼ਰ ਆਏਗੀ ਕਿ ਉਹ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਉਸ ਪਾਸਿਓਂ ਜਿਹੜਾ ਉਹ ਰਹਿ ਗਏ, ਕਿਉਂਕਿ ਉਹ ਉਸ ਰਸਤੇ ਵਿੱਚ ਭਾਈ ਲਹਿਣਾ ਜੀ ਅੱਗੇ ਲੰਘ ਗਏ। ਇੰਨਾ ਕੁ ਬ੍ਰਹਮ ਦੇ ਗਿਆਨ ਵਿੱਚ ਅੱਗੇ ਲੰਘ ਗਏ ਕਿ ਇੱਕ ਦਿਨ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਹੋ ਗਏ। ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਮਹਾਰਾਜ ਵਿੱਚ ਕੋਈ ਵੀ ਫਰਕ, ਕਿਸੇ ਤਰ੍ਹਾਂ ਦਾ ਅੰਤਰ ਮਤ ਭੇਦ ਰਹਿ ਹੀ ਨਹੀਂ ਗਿਆ। ਇਸ ਲਈ ਕਹਿ ਰਹੇ ਨੇ ਕਿ ਗੁਰੂ ਸਾਹਿਬ ਜੀ, ਤੁਸੀਂ ਪਰਮ ਪਿਤਾ ਪਰਮਾਤਮਾ ਦਾ ਅਵਤਾਰ ਹੋ, ਔਰ ਇਸ ਸੰਸਾਰ ਵਿੱਚ ਤੁਹਾਡੇ ਕੋਲ ਉੱਤਮ ਸ਼ਬਦ ਹੈ ਜਿਹੜਾ ਧੁਰੋਂ ਆਇਆ ਹੋਇਆ ਬਾਣੀ ਦੇ ਰੂਪ ਵਿੱਚ ਹੈ, ਔਰ ਇਸ ਜਗਤਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਰਹਿ ਰਹੇ ਹੋ
ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਇਸੇ ਤਰ੍ਹਾਂ ਸੰਸਾਰ ਵਿੱਚ ਤੁਸੀਂ ਨਿਰਲੇਪ ਆਪਣੇ ਆਪ ਨੂੰ ਕਰਕੇ ਨਿਰੰਕਾਰ ਨਾਲ ਜੋੜ ਕੇ ਰਹਿ ਰਹੇ ਹੋ। ਕਲਿਪ ਤਰ ਰੋਗ ਬਿਦਾਰ, ਸੰਸਾਰ ਤਾਪ ਨਿਵਾਰ, ਆਤਮਾ ਤ੍ਰਿਵਿਧ ਤੇਰੇ ਏਕ ਲਿਵਤਾਰ। ਗੁਰੂ ਅੰਗਦ ਦੇਵ ਮਹਾਰਾਜ ਜੀ, ਹੁਣ ਤੁਹਾਡੀ ਅਵਸਥਾ ਕੀ ਹੋ ਗਈ? ਤੁਹਾਡਾ ਜਿਹੜਾ ਜੀਵਨ ਸੀ ਉਹ ਕਿੰਨਾ ਉੱਚਾ ਮਹਾਨ ਹੋ ਗਿਆ। ਕਲਪ ਤਰ, ਕਲਪ ਜਿੱਥੇ ਕਲਪਨਾ ਕੀਤੀ ਜਾਂਦੀ ਹੈ, ਤਰ ਤਰ ਕਹਿੰਦੇ ਉਹ ਦਰਖਤ, ਉਹ ਰੁੱਖ, ਇੱਕ ਕਲਪ ਦਾ ਬ੍ਰਿਕਸ਼, ਹਾਲਾਂਕਿ ਕਿਸੇ ਨੇ ਵੇਖਿਆ ਨਹੀਂ। ਪਾਰਜਾਤ ਰੁੱਖ ਨਹੀਂ ਅੱਜ ਤੱਕ ਕਿਸੇ ਨੇ ਵੇਖਿਆ, ਕਲਪ ਬ੍ਰਿਕਸ਼ ਨਹੀਂ ਕਿਸੇ ਨੇ ਵੇਖਿਆ, ਕਾਮਧੇਨ ਗਊ ਨਹੀਂ ਕਿਸੇ ਨੇ ਅੱਜ ਤੱਕ ਵੇਖੀ, ਪਰ ਇੱਕ ਮਨੌਤ ਹੈ, ਬਸ ਉਹਦੀ ਕਲਪਨਾ ਕਰਕੇ ਉਹਦੇ ਅੱਗੇ ਪੁਕਾਰ ਕੀਤੀ ਜਾ ਰਹੀ ਹੈ ਕਿ ਮੇਰੀ ਆਹ ਇੱਛਾ ਪੂਰੀ ਹੋ ਜਾਏ, ਮੇਰੀ ਆਹ ਕਾਮਨਾ ਪੂਰੀ ਹੋ ਜਾਏ, ਮੇਰੀ ਇਹ ਮਨ ਦੀ ਆਸ ਪੂਰੀ ਹੋ ਜਾਏ। ਅਸੀਂ ਕਲਪਨਾ ਕਿਹਦੇ ਅੱਗੇ ਕਰ ਰਹੇ ਹਾਂ ਜਿਹਨੂੰ ਦੇਖਿਆ ਹੀ ਨਹੀਂ? ਨਾ ਅਸੀਂ ਕਾਮਧੇਨ ਗਊ ਕਿਤੇ ਵੇਖੀ ਹੈ ਤੇ ਨਾ ਪਾਰਜਾਤ ਰੁੱਖ ਵੇਖਿਆ, ਨਾ ਕਿਸੇ ਨੇ ਪਾਰਸ ਵੇਖਿਆ ਜਿਹੜਾ ਧਾਤ ਨੂੰ ਛੂ ਕੇ ਸੋਨਾ ਬਣਾ ਦਿੰਦਾ ਹੈ। ਪਰ ਇਹ ਉਹ ਘਰ ਹੈ ਜਿੱਥੇ ਤੁਹਾਨੂੰ ਪਾਰਸ ਵੀ ਨਜ਼ਰ ਆਏਗਾ, ਜਿੱਥੇ ਤੁਹਾਨੂੰ ਕਲਪ ਬ੍ਰਿਕਸ਼ ਵੀ ਨਜ਼ਰ ਆਏਗਾ, ਜਿੱਥੇ ਉਹ ਕਾਮਧੇਨ ਗਊ ਵੀ ਜਿਹੜੀ ਹੈ ਉਹ ਨਜ਼ਰ ਕਿਹਦੇ ਰੂਪ ਵਿੱਚ ਆਏਗੀ? ਗੁਰੂ ਦੇ ਰੂਪ ਵਿੱਚ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਕਹਿੰਦੇ ਉਹ ਪਾਰਸ ਤਾਂ ਪਤਾ ਨਹੀਂ ਵੀ ਸੋਨਾ ਬਣਾਉਂਦਾ ਹੈ ਕਿ ਨਹੀਂ ਬਣਾਉਂਦਾ, ਕਿਉਂਕਿ ਕਿਸੇ ਨੇ ਵੇਖਿਆ ਹੀ ਨਹੀਂ। ਪਰ ਆਹ ਪਾਰਸ ਤੁਸੀਂ ਵੇਖ ਸਕਦੇ ਹੋ ਜਿਹਦੀ ਸ਼ਰਨ ਵਿੱਚ ਆ ਕੇ ਜਦੋਂ ਤੁਸੀਂ ਚਰਨਾਂ ਨੂੰ ਪਰਸੋਗੇ ਤਾਂ ਇੱਥੇ ਆ ਕੇ ਮਨੂਰ, ਜਿਹੜੇ ਗਲੇ ਹੋਏ ਵੀ ਜੀਵਨ ਵਾਲੇ ਨੇ, ਉਹ ਵੀ ਇੱਥੇ ਆ ਕੇ ਖਰੇ ਸੋਨੇ ਵਰਗੇ ਹੋ ਜਾਂਦੇ ਨੇ। ਉੱਥੇ ਆ ਕੇ ਉਹਨਾਂ ਦੇ ਅੰਦਰੋਂ ਵਿਕਾਰਾਂ ਦਾ ਜੰਗਾਲ ਲੈ ਜਾਂਦਾ ਹੈ। ਇਹ ਪਾਰਸ ਹੈ। ਤਾਂ ਹੀ ਤੇ ਕਿਹਾ ਸੀ ਜਿਹੜਾ ਨਾਮ ਤੁਹਾਨੂੰ ਦਿੱਤਾ ਨਾ ਗੁਰਬਾਣੀ ਦੇ ਰੂਪ ਵਿੱਚ, ਇਹ ਕਿਸੇ ਕਲਪ ਬ੍ਰਿਕਸ਼ ਤੋਂ ਘੱਟ ਹੈ। ਜਿਹੜਾ ਤੁਹਾਨੂੰ ਗੁਰਬਾਣੀ ਵਿੱਚ ਸ਼ਬਦ ਦਿੱਤਾ ਗਿਆ ਹੈ ਕਿਸੇ ਪਾਰਜਾਤ ਰੁੱਖ ਤੋਂ ਘੱਟ ਹੈ। ਇਸ ਲਈ ਕਹਿ ਰਹੇ ਸੀ, ਕਹਿਣ ਲੱਗੇ ਕਾਮਧੇਨ ਗਊ ਵੀ ਜਿਹਦੇ ਵਸ ਵਿੱਚ ਹੈ, ਤੁਹਾਨੂੰ ਉਹਦਾ ਨਾਮ ਦਿੱਤਾ ਗਿਆ, ਤੁਸੀਂ ਉਹਦੇ ਨਾਮ ਦੀ ਆਰਾਧਨਾ ਕਰੋ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮਧੇਨਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ, ਤੁਸੀਂ ਇੰਨੇ ਕੁ ਮਹਾਨ ਹੋ ਗਏ ਹੋ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਗੁਰੂ ਸਾਹਿਬ ਦਾ ਰੂਪ ਬਣ ਕੇ ਕਿ ਕਲਪ ਤਰ, ਤੁਸੀਂ ਉਹ ਕਲਪ ਬ੍ਰਿਕਸ਼ ਹੋ ਜਿਹਦੇ ਕੋਲ ਜਿਹੜਾ ਭਾਵਨਾ ਲੈ ਕੇ ਆਉਂਦਾ ਉਹਦੀ ਭਾਵਨਾ ਪੂਰੀ ਹੋ ਜਾਂਦੀ ਹੈ। ਜਿਹੜਾ ਮਨ ਵਿੱਚ ਆਸ ਰੱਖ ਕੇ ਆਉਂਦਾ ਉਹਦੀ ਆਸ ਪੂਰੀ ਹੋ ਜਾਂਦੀ ਹੈ। ਸਿਰਫ ਕਲਪ ਤਰ ਹੀ ਨਹੀਂ, ਰੋਗ ਬਿਦਾਰ, ਤੁਸੀਂ ਵੱਡੇ ਤੋਂ ਵੱਡੇ ਰੋਗ ਦੂਰ ਕਰਨ ਵਾਲੇ ਹੋ, ਤੁਸੀਂ ਰੋਗਾਂ ਦਾ ਨਾਸ਼ ਕਰਨ ਵਾਲੇ ਹੋ। ਜਿਹੜਾ ਤੁਹਾਡੇ ਹੁਕਮ ਨੂੰ ਮੰਨ ਕੇ ਚੱਲੇਗਾ, ਤੁਹਾਡੇ ਦਿੱਤੇ ਸ਼ਬਦ ਦੀ ਕਮਾਈ ਕਰੇਗਾ, ਉਹਦੇ ਜੀਵਨ ਦੇ ਸਾਰੇ ਰੋਗ ਨਾਸ਼ ਹੋ ਜਾਣਗੇ। ਖਡੂਰ ਸਾਹਿਬ ਦੀ ਧਰਤੀ ਤੇ ਇੱਕ ਚੌਧਰੀ ਰਹਿੰਦਾ ਜਿਹਨੂੰ ਮਿਰਗੀ ਦਾ ਦੌਰਾ ਪੈਂਦਾ। ਕਈ ਵਾਰ ਆਪਾਂ ਸੁਣੀਏ, ਸਿਰਫ ਇੱਕ ਇਸ਼ਾਰੇ ਮਾਤਰ ਹੀ। ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਆਇਆ, ਸਤਿਗੁਰੂ ਜੀ ਨੇ ਕਿਹਾ ਇੱਕ ਬਚਨ ਜਿਹੜਾ ਤੂੰ ਸਾਡੇ ਨਾਲ ਕਰ ਕਿ ਤੈਨੂੰ ਇਹ ਮਿਰਗੀ ਦਾ ਰੋਗ ਕਦੇ ਵੀ ਨਹੀਂ ਆਏਗਾ, ਬਸ ਤੂੰ ਆ ਨਸ਼ਾ ਜਿਹੜਾ ਸ਼ਰਾਬ ਦਾ ਕਰਦਾ ਨਾ ਇਹ ਛੱਡ ਦੇ, ਇਹਨੂੰ ਛੱਡ ਦੇ, ਰੋਗ ਤੇਰੇ ਨੇੜੇ ਵੀ ਨਹੀਂ ਆਏਗਾ। ਚਲੋ ਗੁਰੂ ਸਾਹਿਬ ਦਾ ਬਚਨ ਮੰਨ ਲਿਆ, ਲੰਘ ਗਿਆ ਸਮਾਂ, ਰੋਗ ਮੁੜ ਕੇ ਮਿਰਗੀ ਦਾ ਆਇਆ, ਦੌਰਾ ਹੀ ਨਹੀਂ ਪਿਆ। ਇੱਕ ਦਿਨ ਮਨ ਬੇਈਮਾਨ ਹੋ ਗਿਆ। ਮਨ ਦਾ ਕੋਈ ਪਤਾ ਨਹੀਂ ਹੁੰਦਾ ਕਿੱਥੇ ਬੇਈਮਾਨ ਹੋ ਜਾਏ। ਮਨ ਬੇਈਮਾਨ ਹੋਇਆ ਤੇ ਨਸ਼ਾ ਕਰਕੇ ਦਿਮਾਗ ਨੂੰ ਚੜ ਗਿਆ, ਕੋਠੇ ਚੜ ਕੇ ਰੋਲਾ ਪਾਉਣ ਲੱਗ ਗਿਆ ਕਿ ਗੁਰੂ ਅੰਗਦ ਦੇਵ ਜੀ ਦੇਖੋ ਕੀ ਹੋਣ ਲੱਗਾ ਮੈਨੂੰ, ਮੈਂ ਤੁਹਾਡੀ ਗੱਲ ਮੰਨ ਕੇ ਇੰਨੇ ਦਿਨ ਮੂੰਹ ਨਹੀਂ ਲਾਇਆ, ਅੱਜ ਮੈਂ ਮੂੰਹ ਲਾ ਲਿਆ, ਦੱਸੋ ਕੀ ਹੁੰਦਾ ਮੈਨੂੰ। ਪਰ ਪਤਾ ਹੀ ਉਦੋਂ ਲੱਗਾ ਜਦੋਂ ਰੋਗ ਆ ਗਿਆ। ਜਿੰਨਾ ਚਿਰ ਗੁਰੂ ਦਾ ਬਚਨ ਮੰਨਿਆ ਸੀ ਰੋਗ ਆਇਆ ਹੀ ਨਹੀਂ, ਦੌਰਾ ਪਿਆ ਹੀ ਨਹੀਂ। ਬਸ ਗੁਰੂ ਦੇ ਬਚਨਾਂ ਦੀ ਉਲੰਘਣਾ ਹੋਣ ਦੀ ਦੇਰੀ ਸੀ, ਉਸੇ ਵੇਲੇ ਰੋਗ ਆਇਆ। ਐਸਾ ਦੌਰਾ ਪਿਆ ਕਿ ਕੋਠੇ ਤੋਂ ਆ ਕੇ ਜ਼ਮੀਨ ਤੇ ਡਿੱਗਾ, ਡਿੱਗਦਿਆਂ ਸਾਰੀ ਸਿਰ ਖੁੱਲ ਗਿਆ। ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਤਾਂ ਰੋਗ ਦੂਰ ਕਰਨ ਵਾਲੇ ਹੋ।
ਕਮੀ ਤੁਹਾਡੇ ਵਿੱਚ ਨਹੀਂ, ਕਮੀ ਤਾਂ ਸਾਡੇ ਵਿੱਚ ਹੈ ਕਿ ਅਸੀਂ ਤੁਹਾਡਾ ਪੂਰਾ ਬਚਨ ਮੰਨਣ ਦੇ ਯੋਗ ਹੀ ਨਹੀਂ ਹਾਂ। ਤੁਸੀਂ ਤਾਂ ਕਿਰਪਾ ਕਰਦੇ ਹੋ, ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ, ਭੰਨਾ ਦੁੱਖ ਤੇ ਰੋਗ ਦੇ ਡੇਰਾ ਭੰਨਿਆ ਜਾਂਦਾ ਹੈ, ਪਰ ਜੋ ਗੁਰ ਕਹੈ ਸੋਈ ਭਲ ਮਾਨੋ ਵਾਲਾ ਜੀਵਨ ਵੀ ਤਾਂ ਬਣਾਉਣਾ ਪਏਗਾ। ਇਸ ਲਈ ਗੁਰੂ ਸਾਹਿਬ ਜਿੱਥੇ ਤੁਸੀਂ ਮਨ ਦੀ ਆਸ ਇੱਛਾਵਾਂ ਦੀ ਪੂਰਤੀ ਕਰਨ ਵਾਲੇ ਕਲਪਤਰ ਹੋ, ਉੱਥੇ ਤੁਸੀਂ ਰੋਗ ਬੇਦਾਰ, ਉੱਥੇ ਤੁਸੀਂ ਸਾਡੇ ਜਿਹੜੇ ਭਿਆਨਕ ਤੋਂ ਭਿਆਨਕ ਰੋਗ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਨੂੰ ਤੁਸੀਂ ਦੂਰ ਕਰਨ ਵਾਲੇ ਗੁਰੂ ਪਾਤਸ਼ਾਹ ਜੀ, ਤੁਹਾਡਾ ਇੰਨਾ ਉੱਚਾ ਮਹਾਨ ਜੀਵਨ ਹੈ। ਸੰਸਾਰ ਤਾਪ ਨਿਵਾਰ, ਇਹ ਸੰਸਾਰ ਵਿੱਚ ਜਿਹੜਾ ਤਾਪ ਹੈ, ਜਿਹਨੂੰ ਆਪਾਂ ਕੱਲ ਕਲੇਸ਼ ਕਹਿ ਸਕਦੇ ਹਾਂ, ਚਾਰ ਸ਼ਫੇਰੇ ਨਜ਼ਰ ਮਾਰ ਕੇ ਵੇਖੋ, ਸਾਨੂੰ ਕੱਲ ਕਲੇਸ਼ ਤੋਂ ਸਿਵਾ ਨਜ਼ਰ ਹੀ ਕੁਝ ਨਹੀਂ ਆਉਂਦਾ ਪਿਆ। ਭਾਵੇਂ ਸਮਾਜਿਕ ਤਲ ਵੇਖੋ ਕਿੰਨਾ ਕਲੇਸ਼ ਹੈ, ਪਰਿਵਾਰਕ ਤਲ ਵੇਖ ਲਾਂਗੇ ਤੇ ਕਲੇਸ਼ ਹੀ ਕਲੇਸ਼ ਹੈ, ਰਾਜਨੀਤਿਕ ਤਲ ਤੇ ਵੇਖ ਲਓ ਤਾਂ ਕਲੇਸ਼ ਹੀ ਕਲੇਸ਼ ਨਜ਼ਰ ਆਏਗਾ। ਇਵਨ ਧਰਮ ਦੀ ਦੁਨੀਆ ਵਿੱਚ ਵੀ ਵੇਖਾਂਗੇ ਤੇ ਵਾਦ ਵਿਵਾਦ ਝਗੜੇ ਕਲੇਸ਼ ਇਹੀ ਕੁਝ ਰਹਿ ਗਿਆ ਸਾਡੇ ਕੋਲ। ਪਰਿਵਾਰ ਵਿੱਚ ਵੇਖ ਲਓ ਤਾਂ ਕਲੇਸ਼, ਸਮਾਜ ਵਿੱਚ ਵੇਖ ਲਓ ਤਾਂ ਕਲੇਸ਼, ਰਾਜਨੀਤਿਕ ਤਲ ਤੇ ਵੇਖੋ ਤਾਂ ਕਲੇਸ਼, ਧਰਮ ਦੀ ਦੁਨੀਆ 'ਚ ਵੇਖੋ ਤਾਂ ਇੱਥੇ ਕਲੇਸ਼ ਖੜਾ ਹੈ। ਔਰ ਦੂਸਰਾ ਤਾਪ ਦਾ ਅਰਥ ਤਿੰਨ ਤਰ੍ਹਾਂ ਦੇ ਤਾਪ ਨੇ, ਆਦ ਬਿਆਦ ਤੇ ਉਪਾਦ। ਅਸੀਂ ਇਹੀ ਅਰਦਾਸ ਕਰਦੇ ਹਾਂ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨ ਕਉ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਗੁਰੂ ਸਾਹਿਬ ਜੀ ਜਿੱਥੇ ਤੁਸੀਂ ਸਾਡੇ ਹੰਕਾਰ ਵਰਗੇ, ਤ੍ਰਿਸ਼ਨਾ ਵਰਗੇ ਰੋਗ ਨੂੰ ਤੁਸੀਂ ਅੰਦਰੋਂ ਦੀ ਕੱਟਣ ਵਾਲੇ ਹੋ, ਉੱਥੇ ਇਸ ਸੰਸਾਰ ਦੇ ਤਾਪ ਨੂੰ ਨਿਵਾਰਨ ਵਾਲੇ ਹੋ। ਤੁਸੀਂ ਸਾਡੇ ਜੀਵਨ ਦੇ ਅੰਦਰ ਜਿਹੜਾ ਝਗੜਾ ਕੱਲ ਕਲੇਸ਼ ਹੈ, ਉਹਨੂੰ ਤੁਸੀਂ ਮਿਟਾਉਣ ਵਾਲੇ, ਆਦ ਬਿਆਦ ਉਪਾਦ ਵਰਗੇ ਰੋਗ ਤੋਂ ਸਾਨੂੰ ਬਚਾਉਣ ਵਾਲੇ ਹੋ। ਆਤਮਾ ਤ੍ਰਿਬਿਦ ਤੇਰਾ ਏਕ ਲਿਵਤਾਰ, ਤ੍ਰਿਬਿਦ ਤਿੰਨ ਅਵਸਥਾਵਾਂ, ਤਿੰਨ ਗੁਣ ਆਪਾਂ ਕਹਿ ਲਈਏ, ਰਜ ਗੁਣ, ਤਮ ਗੁਣ, ਸਤ ਗੁਣ। ਇਹ ਸੰਸਾਰ ਵਿੱਚ ਜਿਹੜੇ ਆਤਮਿਕ ਤਲ ਤੇ ਜੀਣ ਵਾਲੇ ਜੀਵ ਨੇ, ਉਹ ਤਿੰਨ ਤਲ ਤੇ ਜੀ ਰਹੇ ਨੇ, ਰਜ ਗੁਣ, ਤਮ ਗੁਣ ਤੇ ਸਤ ਗੁਣ। ਤਿੰਨ ਗੁਣ ਨੇ, ਤਿੰਨ ਰੋਗ ਨੇ, ਤਿੰਨ ਤਾਪ ਨੇ। ਕਹਿਣ ਲੱਗੇ ਤੁਸੀਂ ਤਿੰਨ ਤਾਪ ਦੀ ਨਿਵਰਤੀ ਕਰਨ ਵਾਲੇ ਔਰ ਇਹਨਾਂ ਆਦ ਬਿਆਦ ਵਰਗੇ ਰੋਗ ਦਾ ਖਾਤਮਾ ਕਰਨ ਵਾਲੇ। ਉੱਥੇ ਜਿਹੜੇ ਆਤਮਿਕ ਤਲ ਉਤੇ ਤਿੰਨ ਗੁਣਾਂ ਦੇ ਜਾਲ ਵਿੱਚ ਫਸੇ ਹੋਏ ਨੇ, ਉਹ ਜਦੋਂ ਤੁਹਾਡੇ ਦਰ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਆਉਂਦੇ ਨੇ, ਤੁਸੀਂ ਉਹਨਾਂ ਨੂੰ ਸ਼ਬਦ ਦਾ ਅਭਿਆਸ ਜਿਹੜਾ ਉਹ ਕਰਾਉਂਦੇ ਹੋ, ਤਾਂ ਉਹ ਤੁਹਾਡੇ ਚਰਨਾਂ ਦੇ ਵਿੱਚ ਇੱਕ ਲਿਵ ਉਹਨਾਂ ਦੀ ਨਿਰੰਕਾਰ ਨਾਲ ਲੱਗ ਜਾਂਦੀ ਹੈ। ਕਿਉਂ? ਕਿਉਂਕਿ ਤੁਹਾਡੀ ਵੀ ਲਿਵ ਨਿਰੰਕਾਰ ਨਾਲ ਜੁੜੀ ਹੋਈ ਹੈ। ਹੁਣ ਇੱਕ ਗੱਲ ਤੇ ਸਪਸ਼ਟ ਹੈ ਨਾ ਕਿ ਜਿਹਦੀ ਸੁਰਤ ਜਿੱਥੇ ਜੋੜੀ ਹੋਏਗੀ, ਉਹਨੇ ਸੁਰਤ ਦੂਜਿਆਂ ਦੀ ਵੀ ਉੱਥੇ ਹੀ ਜੋੜਨੀ ਹੈ। ਜਿਹੜਾ ਜਿਹਦੇ ਨਾਲ ਜੁੜਿਆ ਹੋਏਗਾ, ਉਹਨੇ ਤੇ ਉਹਦੇ ਨਾਲ ਹੀ ਜੋੜਨਾ ਹੈ। ਹੁਣ ਜਿਹੜਾ ਜੁੜਿਆ ਹੀ ਦੇਹਧਾਰੀ ਨਾਲ ਹੋਇਆ, ਉਹ ਤੁਹਾਨੂੰ ਸ਼ਬਦ ਨਾਲ ਕਿੱਥੋਂ ਜੋੜ ਦੇਗਾ? ਜਿਹੜਾ ਜੁੜਿਆ ਹੀ ਵਹਿਮ ਭਰਮ ਦੇ ਨਾਲ ਹੋਇਆ, ਤੁਹਾਨੂੰ ਉਹਦੇ ਵਿੱਚੋਂ ਬਾਹਰ ਕੱਢ ਕੇ ਸਮਰੱਥ ਪਰਮੇਸ਼ਵਰ ਦੇ ਨਾਮ ਨਾਲ ਕਿਵੇਂ ਜੋੜੇਗਾ? ਉਹ ਤੁਹਾਨੂੰ ਵੀ ਵਹਿਮ ਭਰਮ ਵਿੱਚ ਪਾ ਕੇ ਰੱਖੇਗਾ। ਜਿਹੜਾ ਆਪ ਨਸ਼ਾ ਕਰਦਾ, ਉਹ ਤੁਹਾਨੂੰ ਕਿਵੇਂ ਤੁਹਾਡਾ ਨਸ਼ਾ ਛੁਡਾ ਦੇਗਾ? ਜਿਹੜਾ ਆਪ ਝੂਠ ਬੋਲਦਾ, ਉਹ ਤੁਹਾਨੂੰ ਝੂਠ ਬੋਲਣਾ ਕਿਵੇਂ ਛੁਡਾ ਦੇਗਾ? ਜਿਹੜਾ ਆਪ ਕਾਮ ਕ੍ਰੋਧ ਨਾਲ ਭਰਿਆ ਪਿਆ, ਉਹ ਤੁਹਾਡੇ ਅੰਦਰੋਂ ਕਾਮ ਕ੍ਰੋਧ ਦੀ ਅਵਸਥਾ ਕਿਵੇਂ ਖਤਮ ਕਰ ਦੇਗਾ? ਇਸ ਲਈ ਸਮਰੱਥ ਗੁਰੂ ਉਹ ਹੈ, ਐਸੇ ਗੁਰੂ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਉਹ ਮੁਕਤ ਹੈ ਪੂਰਾ ਗੁਰੂ। ਤੇ ਜਿਹੜੇ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਉਹਨਾਂ ਦੀ ਜਿਹੜੇ ਆਤਮਿਕ ਤਲ ਤੇ ਤਿੰਨ ਗੁਣਾਂ ਵਿੱਚ ਫਸੇ ਹੋਏ ਨੇ, ਉਹ ਤੁਹਾਡੇ ਚਰਨਾਂ ਵਿੱਚ ਜਦੋਂ ਆਉਂਦੇ ਨੇ, ਉਹਨਾਂ ਦੀ ਇੱਕ ਲਿਵ ਇੱਕ ਨਿਰੰਕਾਰ ਨਾਲ ਜੁੜ ਜਾਂਦੀ ਹੈ ਲਗਾਤਾਰ। ਇਹ ਨਹੀਂ ਕਿ ਅੱਜ ਗੁਰੂ ਸਾਹਿਬ ਨੇ ਲਿਵ ਉਹਨਾਂ ਦੀ ਜਿਹੜੀ ਹੈ ਉਹ ਜੋੜ ਦਿੱਤੀ ਤੇ ਕੱਲ ਫੇਰ ਉਹੀ ਹਾਲ ਨਹੀਂ। ਲਗਾਤਾਰ ਉਹਨਾਂ ਦੀ ਲਿਵ ਨਿਰੰਕਾਰ ਨਾਲ ਜੁੜ ਜਾਂਦੀ ਹੈ। ਕਿਉਂ? ਕਿਉਂਕਿ ਮਹਾਰਾਜ ਜੀਓ, ਤੁਹਾਡੀ ਵੀ ਲਿਵ ਨਿਰੰਕਾਰ ਨਾਲ ਲਗਾਤਾਰ ਜੁੜੀ ਹੋਈ ਹੈ। ਤੇ ਸਾਡਾ ਗੁਰੂ ਸਾਹਿਬ ਜੀ ਕੋਲ ਆਉਣ ਦਾ ਮਕਸਦ ਕੀ ਹੈ? ਸਾਡਾ ਗੁਰਦੁਆਰੇ ਆਉਣ ਦਾ ਮਕਸਦ ਕੀ ਹੈ? ਜਿਹੜੀ ਸਾਡੀ ਲਿਵ ਛੁੜਕ ਗਈ ਸੀ ਨਾ,
ਅਸੀਂ ਸੰਸਾਰ ਦਾ ਭਰਮਣ ਕੀਤਾ, ਦੁਨੀਆ ਵਿੱਚ ਥਾਂ ਥਾਂ ਤੇ ਭਟਕ ਕੇ ਵੇਖਿਆ, ਜਿਵੇਂ ਜਿਵੇਂ ਕਿਸੇ ਨੇ ਕਿਹਾ ਕਰਕੇ ਵੇਖਿਆ, ਬੜਾ ਕੁਝ ਕੀਤਾ, ਪਰ ਜਿਹੜੀ ਇੱਕ ਲਿਵ ਛੁੜਕ ਗਈ ਸੀ ਨਾ, ਉਹ ਦੁਬਾਰਾ ਨਿਰੰਕਾਰ ਨਾਲ ਲਿਵ ਲੱਗੀ ਨਹੀਂ। ਐਸਾ ਮਾਇਆ ਨੇ ਆਪਣਾ ਅਮਰ ਵਰਤਾਤਾ, ਹੁਕਮ ਵਰਤਾ ਦਿੱਤਾ ਕਿ ਮੁੜ ਕੇ ਧਿਆਨ ਲੱਗਾ ਹੀ ਨਹੀਂ ਪਰਮੇਸ਼ਵਰ ਦੇ ਨਾਮ ਨਾਲ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ। ਹੁਣ ਕਹਿੰਦੇ ਥਾਂ ਥਾਂ ਤੇ ਵੱਖ-ਵੱਖ ਕਰਮ ਕਰਕੇ ਵੇਖ ਲਏ, ਪਰ ਲਿਵ ਨਹੀਂ ਉਹਦੇ ਨਾਲ ਲੱਗ ਸਕੀ। ਜੇ ਲਿਵ ਲੱਗੀ ਹੁੰਦੀ ਤਾਂ ਭਾਈ ਲਹਿਣਾ ਜੀ ਨੇ ਇੰਨੀ ਯਾਤਰਾ ਕੀਤੀ ਬਾਹਰ ਦੀ। ਜੇ ਲਿਵ ਲੱਗ ਜਾਂਦੀ ਹੁੰਦੀ ਤਾਂ ਗੁਰੂ ਅਮਰਦਾਸ ਮਹਾਰਾਜ ਵੀ ਯਾਤਰਾ ਕਰਦੇ ਰਹੇ, ਪਰ ਉਹਨਾਂ ਆਖਿਆ ਯਾਤਰਾਵਾਂ ਤੇ ਕੀਤੀਆਂ, ਪਰ ਜਿਹੜੀ ਲਿਵ ਅੰਦਰ ਲੱਗਣੀ ਸੀ ਉਹ ਨਹੀਂ ਲੱਗ ਪਾ ਰਹੀ। ਉਹ ਕਿਹਨੇ ਲਾਈ? ਉਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਜਿਹੜਾ ਸ਼ਬਦ ਮਿਲਿਆ ਨਾ, ਧੁਰੋਂ ਆਇਆ ਹੋਇਆ, ਉਸ ਸ਼ਬਦ ਨੇ ਲਿਵ ਨਿਰੰਕਾਰ ਨਾਲ ਜੋੜ ਦਿੱਤੀ। ਇਸ ਲਈ ਕਹਿੰਦੇ ਨੇ ਮਹਾਰਾਜ, ਤੁਸੀਂ ਰੋਗੀਆਂ ਦੇ ਰੋਗ ਦੂਰ ਕਰਨ ਵਾਲੇ ਹੋ, ਤਾਪ ਕਲ ਕਲੇਸ਼ ਵਿੱਚੋਂ ਕੱਢਣ ਵਾਲੇ ਹੋ, 3 ਗੁਣਾ ਤੋਂ ਉੱਪਰ ਉਠਾ ਕੇ ਨਿਰੰਕਾਰ ਦੇ ਨਾਲ ਆਪਣੀ ਲਿਵ ਜਿਹੜੀ ਸਾਡੀ ਸੁਰਤ ਜਿਹੜੀ ਹੈ ਉਹ ਜੋੜਨ ਵਾਲੇ ਹੋ। ਕਿਉਂਕਿ ਤੇਰਾ ਏਕ ਲਿਵ ਤਾਰ, ਕਿਉਂਕਿ ਤੁਹਾਡੀ ਇੱਕ ਲਿਵ ਲਗਾਤਾਰ ਨਿਰੰਕਾਰ ਨਾਲ ਜੁੜੀ ਹੈ। ਇਸ ਲਈ ਜਿਹੜਾ ਤੁਹਾਡੀ ਚਰਨ ਸ਼ਰਨ ਵਿੱਚ ਆਉਂਦਾ ਹੈ, ਉਹਨੂੰ ਉਹਦੀ ਲਿਵ ਵੀ ਨਿਰੰਕਾਰ ਨਾਲ ਤੁਸੀਂ ਜੋੜਨ ਦੀ ਸਮਰੱਥਾ ਵਾਲੇ ਹੋ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। ਹੁਣ ਇਹ ਜਿਹੜੇ ਬਚਨ ਆਪਾਂ ਸੁਣੇ ਨੇ, ਇਹ ਭੱਟ ਕਲ ਸਹਾਰ ਦੇ ਉਚਾਰਨ ਕੀਤੇ ਹੋਏ ਨੇ। ਉਹ ਕਹਿਣ ਲੱਗੇ ਕਹੋ ਕੀਰਤ, ਕੀਰਤ ਦਾ ਅਰਥ ਹੈ ਉਸਤਤ, ਵਡਿਆਈ, ਕੀਰਤੀ ਕਰਨੀ। ਅਸਲ ਵਿੱਚ ਕੀਰਤ ਤੋਂ ਹੀ ਕੀਰਤਨ ਹੈ। ਕੀਰਤਨ ਆਪਾਂ ਕਰਦੇ ਹਾਂ ਉਹਦੀ ਉਸਤਤ ਵਿੱਚ ਹੈ ਨਾ, ਨਿਰੰਕਾਰ ਦੀ ਉਸਤਤ। ਮਹਾਰਾਜ ਕਹਿੰਦੇ ਕਲਯੁਗ ਵਿੱਚ ਤੂੰ ਉਸਤਤ ਦੁਨੀਆ ਦੀ ਬੜੀ ਕਰ ਲਈ, ਹੁਣ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਕਿਤੇ ਉਹਦੀ ਕੀਰਤੀ ਕਰ, ਉਹਦਾ ਉਸਤਤ, ਉਹਦਾ ਗਾਇਨ ਕਰ, ਤੇ ਜਦੋਂ ਉਹਦਾ ਗਾਇਨ ਕਰੇਗਾ ਤੇ ਕਲਯੁਗ ਦਾ ਪ੍ਰਭਾਵ ਤੇਰੇ ਤੋਂ ਖਤਮ ਹੋ ਜਾਏਗਾ। ਤੂੰ ਉਹਦੀ ਉਸਤਤ ਵਿੱਚ ਜੁੜਨਾ। ਹੁਣ ਕਲ ਸਹਾਰ ਜੀ ਕਹਿੰਦੇ ਨੇ ਗੁਰੂ ਅੰਗਦ ਦੇ ਪਾਤਸ਼ਾਹ, ਜਿਹੜੀ ਮੈਂ ਤੁਹਾਡੀ ਕੀਰਤੀ ਕੀਤੀ ਹੈ, ਕਿਉਂਕਿ ਤੱਤੇ ਨੂੰ ਵੀ ਸਿਹਾਰੀ ਹੈ, ਜਿਹੜੀ ਮੈਂ ਤੁਹਾਡੀ ਉਸਤਤੀ ਕੀਤੀ ਹੈ। ਫਿਰ ਇੱਕ ਵਾਰੀ ਸਮਝ ਲੈਣਾ ਉਸਤਤੀ ਕੀ ਕੀਤੀ ਹੈ, ਕਿ ਤੁਹਾਡੇ ਅੰਦਰ ਨਾਮ ਦ੍ਰਿੜ ਹੈ। ਜਿਹੜਾ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਬਣ ਕੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਲਿਆ, ਉਹ ਨਾਮ ਤੁਹਾਡੇ ਅੰਦਰ ਦ੍ਰਿੜ ਹੈ। ਤੁਹਾਡਾ ਜਿਹੜਾ ਜਸ ਹੈ ਉਹ ਮਲ ਤੋਂ ਰਹਿਤ ਪਵਿੱਤਰ ਹੈ। ਤੁਸੀਂ ਸਾਰੇ ਜੀਆਂ ਦਾ ਆਸਰਾ ਹੋ, ਤੁਸੀਂ ਪਰਮ ਪਿਤਾ ਪਰਮਾਤਮਾ ਦਾ ਅਵਤਾਰ ਹੋ। ਤੁਹਾਡੇ ਕੋਲ ਉੱਤਮ ਸ਼ਬਦ ਹੈ, ਸ੍ਰੇਸ਼ਟ ਸ਼ਬਦ ਹੈ। ਤੁਸੀਂ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਨਿਰਲੇਪ ਹੋ ਕੇ ਰਹਿੰਦੇ ਹੋ। ਤੁਸੀਂ ਮਹਾਰਾਜ ਜੀਓ ਕਲਪ ਬ੍ਰਿਕਸ਼ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲੇ ਹੋ। ਤੁਸੀਂ ਸਾਡੇ ਰੋਗ ਕੱਟਣ ਵਾਲੇ ਹੋ। ਤੁਸੀਂ ਸਾਨੂੰ 3 ਤਾਪ ਤੋਂ ਬਚਾਉਣ ਵਾਲੇ ਹੋ। ਤੁਸੀਂ ਸਾਨੂੰ 3 ਗੁਣਾ ਤੋਂ ਉੱਪਰ ਉਠਾ ਕੇ ਤੇ ਇੱਕ ਨਾਲ ਸਾਡੀ ਲਿਵ ਜੋੜਨ ਵਾਲੇ ਹੋ। ਕਹੋ ਕੀਰਤ ਕਲ ਸਹਾਰ। ਕਲ ਸਹਾਰ ਭੱਟ ਜੀ ਕਹਿੰਦੇ ਗੁਰੂ ਸਾਹਿਬ ਆ ਜਿਹੜੀ ਤੁਹਾਡੀ ਉਸਤਤ ਕੀਤੀ ਹੈ ਨਾ, ਸਪਤ ਦੀਪ ਮਝਾਰ, ਇਹ ਸਿਰਫ ਮੈਂ ਹੀ ਨਹੀਂ ਕਰ ਰਿਹਾ, ਸੱਤਾਂ ਦੀ ਭਾਵ ਪੂਰੇ ਜਹਾਨ ਵਿੱਚ, ਪੂਰੇ ਸੰਸਾਰ ਵਿੱਚ ਤੁਹਾਡੀ ਉਸਤਤ ਜਿਹੜੀ ਹੈ ਉਹ ਮਹਾਰਾਜ ਸਤਿਗੁਰੂ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਕਿਉਂਕਿ ਜਗਤਰ ਗੁਰ ਪਰਸ ਮੁਰਾਰ, ਤੁਸੀਂ ਹੁਣ ਜਗਤ ਦੇ ਗੁਰੂ ਬਣ ਗਏ। 7 ਦੀਪਾਂ ਵਿੱਚ ਜਿਹੜੇ ਟਾਪੂ ਨੇ, ਉਹਨਾਂ 7 ਦੀਪਾਂ ਵਿੱਚ ਪੂਰੀ ਦੁਨੀਆ ਹੀ ਆਪਾਂ ਕਹਿ ਲਈਏ, ਸਾਰਾ ਸੰਸਾਰ, ਸਾਰੇ ਸੰਸਾਰ ਵਿੱਚ ਤੁਹਾਡੀ ਉਸਤਤ ਹੋ ਰਹੀ ਹੈ। ਕਿਉਂ? ਕਿਉਂਕਿ ਤੁਸੀਂ ਜਗਤ ਦੇ ਗੁਰੂ ਬਣ ਗਏ। ਕਿਉਂ ਬਣ ਗਏ? ਕਿਉਂਕਿ ਤੁਸੀਂ ਪੱਲਾ ਹੀ ਉਹਦਾ ਫੜਿਆ ਜਿਹਨੂੰ ਕਹਿੰਦੇ ਜਾਹਰ ਪੀਰ ਜਗਤ ਗੁਰੂ ਬਾਬਾ। ਮੁਰਾਰੀ ਦਾ ਅਰਥ ਹੈ ਉਹ ਜਿਹੜੇ ਨਿਰੰਕਾਰ ਦਾ ਰੂਪ ਨੇ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਜੀ ਦਾ ਰੂਪ ਜਿਹੜੇ ਸਨ, ਉਹਨਾਂ ਦੇ ਚਰਨਾਂ ਨੂੰ ਤੁਸੀਂ ਪਰਸਿਆ। ਉਹਨਾਂ ਨੂੰ ਜਦੋਂ ਚਰਨਾਂ ਨੂੰ ਪਰਸ ਕੇ ਉਹਨਾਂ ਕੋਲੋਂ ਤੁਸੀਂ ਬਖਸ਼ਿਸ਼ਾਂ ਲਈਆਂ, ਤੇ ਤੁਸੀਂ ਵੀ ਇੱਕ ਦਿਨ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਦਾ ਰੂਪ ਬਣ ਕੇ, ਜਗਤ ਦੇ ਗੁਰੂ ਬਣ ਕੇ ਇਹ ਸਾਰੀਆਂ ਬਖਸ਼ਿਸ਼ਾਂ
ਵਰਤਾ ਰਹੇ ਹੋ। ਤੈ ਤਾਂ ਹਜ਼ਰਤ ਪਾਇਓ ਮਾਨ। ਫਿਰ ਦੁਬਾਰਾ ਕਹਿਣ ਲੱਗੇ ਕਿ ਜਿਹੜਾ ਤੁਸੀਂ ਇਹ ਮਾਣ ਵਡਿਆਈ ਸ਼ੋਭਾ ਜਿਹੜੀ ਪ੍ਰਾਪਤ ਕੀਤੀ ਹੈ ਨਾ, ਤੈਂ ਤਾਂ, ਇਹ ਗੁਰੂ ਅੰਗਦ ਦੇਵ ਜੀ ਨੂੰ ਸੰਬੋਧਨ ਹੋ ਰਿਹਾ। ਅਸੀਂ ਕਵਾਂਗੇ ਤੁਸੀਂ ਤਾਂ, ਕਿ ਆਪਾਂ ਸਤਿਕਾਰ ਗੁਰੂ ਸਾਹਿਬ ਜੀ ਨੂੰ ਦਈਏ ਕਿ ਗੁਰੂ ਅੰਗਦ ਦੇਵ ਮਹਾਰਾਜ ਜੀਓ, ਇਹ ਜਿਹੜਾ ਮਾਣ ਤੁਸੀਂ ਪਾ ਰਹੇ ਹੋ ਕਿ ਫੇਰ ਵਸਾਇਆ ਫੇਰਵਾਨ ਸਤਿਗੁਰ ਖਡੂਰ, ਖਡੂਰ ਵਿੱਚ ਸਤਿਗੁਰ ਦਾ ਰੂਪ ਬਣ ਕੇ ਤੁਸੀਂ ਬਖਸ਼ਿਸ਼ਾਂ ਵਰਤਾਈਆਂ, ਇਹ ਮਾਣ ਤੁਸੀਂ ਕਿੱਥੋਂ ਲਿਆ? ਕਹਿਣ ਲੱਗੇ ਉਹ ਜਿਹੜਾ ਹਜ਼ਰਤ, ਹਜ਼ਰਤ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ। ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਆ ਕੇ ਇਹ ਮਾਣ ਵਡਿਆਈਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ। ਸੇਵਿਆ ਗੁਰ ਪਰਵਾਨ। ਔਰ ਤੁਸੀਂ ਉਸ ਗੁਰੂ ਨੂੰ ਸੇਵਿਆ ਹੈ, ਕਿਉਂਕਿ ਸਵਈਏ ਦੇ ਰੂਪ ਵਿੱਚ ਹੈ ਤੇ ਵਿਸ਼ਰਾਮ ਜਿਹੜਾ ਉਹਦਾ ਵੀ ਦੇਣਾ ਜ਼ਰੂਰੀ ਹੈ। ਅਰਥ ਜਿਹੜਾ ਉਹਦਾ ਨਖੇੜ ਹੋ ਜਾਏਗਾ, ਸਮਝ ਵਿੱਚ ਆ ਜਾਏਗੀ ਗੱਲ। ਗੁਰੂ ਅੰਗਦ ਦੇਵ ਮਹਾਰਾਜ ਤੁਸੀਂ ਜਿਹੜਾ ਮਾਣ ਪਾਇਆ, ਹੁਣ ਦੇਖੋ ਉਹ ਘਰ ਹੈ ਬਾਬੇ ਨਾਨਕ ਦਾ ਜਿੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਜਿੱਥੇ ਨਿਤਾਣਿਆਂ ਨੂੰ ਤਾਣ ਮਿਲਦਾ ਹੈ, ਜਿੱਥੇ ਕਹਿ ਲੋ ਕਿ ਨਿਆਸਰੀਆਂ ਨੂੰ ਆਸਰਾ ਮਿਲਦਾ ਹੈ, ਜਿੱਥੇ ਆਵਾਜ਼ ਆਉਂਦੀ ਹੈ ਕਿ ਹਰ ਜੀਓ ਨਿਮਾਣਿਆ ਤੂੰ ਮਾਣ। ਇਹ ਮਹਾਰਾਜ ਤੁਸੀਂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ। ਔਰ ਇੰਨਾ ਮਾਣ ਮਿਲਦਾ ਹੈ, ਕਿੰਨਾ ਕੁ ਮਾਣ ਮਿਲਦਾ ਹੈ, ਜਿੱਥੇ ਅਸੀਂ ਬਾਣੀ ਵਿੱਚ ਪੜ੍ਹ ਸਕਦੇ ਹਾਂ ਕਿ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੈ ਛਤਰ ਧਰੈ। ਐਡਾ ਵੱਡਾ ਮਾਣ ਤੁਹਾਡੇ ਦਰ ਤੋਂ ਬਿਨਾਂ ਕਿੱਥੇ ਮਿਲ ਸਕਦਾ ਹੈ? ਜਿਹੜਾ ਮਾਣ ਤੁਹਾਨੂੰ ਮਿਲਿਆ ਉਹ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਚੋਂ ਮਿਲਿਆ। ਕਿਵੇਂ ਮਿਲਿਆ? ਸੇਵਿਆ ਗੁਰ ਪਰਵਾਨ, ਕਿਉਂਕਿ ਤੁਸੀਂ ਪੂਰੇ ਗੁਰੂ ਦੇ ਦਰ ਤੇ ਉਹਨਾਂ ਦੇ ਹੁਕਮ ਨੂੰ ਮੰਨ ਕੇ ਸੇਵਾ ਵਿੱਚ ਜੁੜਨਾ ਕੀਤਾ ਔਰ ਇੱਕ ਦਿਨ ਤੁਸੀਂ ਪਰਵਾਨ ਹੋ ਗਏ। ਜਦੋਂ ਤੁਸੀਂ ਦੇਖੋ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ। ਪਰ ਦਰਗਾਹ ਵਿੱਚ ਮਾਣ ਕਦੋਂ ਮਿਲਿਆ? ਜਦੋਂ ਸੁਣ ਕੇ ਮੰਨਿਆ, ਸੁਣਿਆ ਮੰਨਿਆ ਮਨ ਕੀਤਾ ਭਾਵੋ, ਮਨ ਵਿੱਚ ਭਾਵਨਾ ਵੀ ਰੱਖੀ। ਸੁਣਿਆ ਤਾਂ ਸੀ ਪਰ ਭਾਵਨਾ ਨਾ ਹੋਣ ਕਰਕੇ ਮੰਨਿਆ ਨਾ ਗਿਆ। ਜੇ ਮੰਨਿਆ ਨਾ ਗਿਆ ਤੇ ਫਿਰ ਮਾਣ ਕਿੱਥੋਂ ਮਿਲਣਾ ਸੀ? ਸੁਣ ਕੇ ਮੰਨ ਕੇ ਅੰਦਰ ਭਾਵੋ ਭਾਵਨਾ ਰੱਖਣੀ ਸੀ, ਤੇ ਜਿਹਨੇ ਭਾਵਨਾ ਰੱਖ ਕੇ ਸੁਣ ਕੇ ਮੰਨ ਲਿਆ ਉਹ ਮਾਲਕ ਦੇ ਘਰ ਪ੍ਰਵਾਨ ਹੋ ਗਿਆ। ਤੇ ਗੁਰੂ ਨਾਨਕ ਸਾਹਿਬ ਤੁਸੀਂ ਤਾਂ ਧੁਰੋਂ ਹੀ ਪ੍ਰਵਾਨ ਹੋ ਕੇ ਆਏ ਹੋ। ਆ ਪਿਛਲੇ ਸਮੇਂ ਜਿਹੜੀ ਵਿਚਾਰ ਵਿੱਚ ਜੁੜੇ ਸੀ ਉਦੋਂ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਆਪਾਂ ਕਦੇ ਨਹੀਂ ਮਨਾਉ, ਕਿਉਂਕਿ ਆਉਂਦਾ ਹੀ ਨਹੀਂ। ਕਿਉਂ ਨਹੀਂ ਆਉਂਦਾ? ਕਿਉਂਕਿ ਗੁਰੂ ਸਾਹਿਬ ਤੁਸੀਂ ਤਾਂ ਧੁਰ ਤੋਂ ਹੀ ਪ੍ਰਵਾਨ ਹੋਏ ਹੋ। ਧੁਰ ਤੋਂ ਹੀ ਪ੍ਰਵਾਨ ਹੋ ਕੇ ਤੁਸੀਂ ਇਸ ਧਰਤੀ ਉੱਤੇ ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਦਾ ਰੂਪ ਬਣ ਕੇ ਆਏ। ਕੱਲ ਤਾਰਨ ਗੁਰ ਨਾਨਕ ਆਇਆ ਦਾ ਰੂਪ ਬਣ ਕੇ ਆਏ, ਕਿਉਂਕਿ ਤੁਸੀਂ ਧੁਰ ਤੋਂ ਹੀ ਪ੍ਰਵਾਨ ਹੋ ਕੇ ਆਏ ਹੋ। ਇਸ ਲਈ ਗੁਰੂ ਅੰਗਦ ਦੇਵ ਜੀ ਤੁਸੀਂ ਉਸ ਪੂਰੇ ਗੁਰੂ ਦੇ ਚਰਨਾਂ ਵਿੱਚ ਸੇਵਿਆ, ਸਿਮਰਨ ਕੀਤਾ, ਸੇਵਾ ਕੀਤੀ, ਆਪਣਾ ਆਪ ਸਮਰਪਣ ਕੀਤਾ, ਜਿਸ ਘਰ ਦੇ ਵਿੱਚ ਕਹਿੰਦੇ ਨੇ ਆਇਆ ਹੋਇਆ ਪ੍ਰਵਾਨ ਹੋ ਜਾਂਦਾ ਹੈ। ਉਸ ਪ੍ਰਵਾਨ ਗੁਰੂ ਦੇ ਚਰਨਾਂ ਵਿੱਚ ਤੁਸੀਂ ਆ ਕੇ ਜੁੜਨਾ ਕੀਤਾ ਸੀ। ਸਾਧ ਅਜਗਰ ਜਿਨ ਕੀਆ ਉਨਮਾਨ। ਹੁਣ ਗੁਰ ਪ੍ਰਵਾਨ ਦਾ ਅਰਥ ਪਤਾ ਕੀ ਹੈ? ਕਹਿਣ ਲੱਗੇ ਉਹ ਪ੍ਰਵਾਨਿਆ ਹੋਇਆ ਗੁਰੂ ਜਿਨੇ ਸਾਧ ਅਜਗਰ, ਸਾਧ ਦੇ ਧੱਦੇ ਨੂੰ ਸਿਹਾਰੀ ਹੈ, ਸਾਧ ਕੇ ਸੋਧ ਕੇ। ਅਜਗਰ, ਅਜਗਰ ਜਿਹੜੀ ਇੱਕ ਸੱਪ ਦੀ ਜੁਨੀ ਹੈ ਜਿਹਦੇ ਵਿੱਚ ਜ਼ਹਿਰ ਭਰੀ ਹੁੰਦੀ ਹੈ। ਕਹਿਣ ਲੱਗੇ ਉਹ ਪ੍ਰਵਾਨਿਆ ਹੋਇਆ ਗੁਰੂ ਜਿਹੜਾ ਅਜਗਰ ਨੂੰ ਸਾਧ ਕੇ ਉਹਦੇ ਅੰਦਰ ਦੀ ਜ਼ਹਿਰ ਨੂੰ ਕੱਢ ਕੇ ਉਹਦੇ ਅੰਦਰ ਖੁਸ਼ੀਆਂ ਭਰ ਦਿੰਦਾ ਹੈ। ਹੁਣ ਅਜਗਰ ਦਾ ਮਤਲਬ ਇੱਥੇ ਕੀ ਕਰਾਂਗੇ? ਇੱਥੇ ਅਜਗਰ ਹੈ ਸਾਡਾ ਮਨ। ਜ਼ਹਿਰ ਕਿੱਥੇ ਭਰੀ ਹੋਈ ਹੈ? ਜ਼ਹਿਰ ਤਾਂ ਮਨ ਵਿੱਚ ਭਰੀ ਪਈ ਹੈ। ਔਰ ਅੱਜ ਦਾ ਤੇ ਇਨਸਾਨ ਇੰਨਾ ਜ਼ਹਿਰੀਲਾ ਹੋ ਗਿਆ, ਇੰਨਾ ਤੇ ਸੱਪ ਤੋਂ ਡਰ ਨਹੀਂ ਲੱਗਦਾ ਜਿੰਨਾ ਬੰਦੇ ਤੋਂ ਡਰ ਲੱਗਦਾ ਹੈ। ਅੱਜ ਦਾ ਇਨਸਾਨ ਇੰਨਾ ਜ਼ਹਿਰੀਲਾ ਹੈ ਕਿ ਬੰਦਾ ਕਹਿੰਦਾ ਸੱਪ ਦੀ ਜ਼ਹਿਰ ਤੋਂ ਤਾਂ ਬਚ ਜਾਾਂਗੇ, ਪਰ ਬੰਦੇ ਦੀ ਜ਼ਹਿਰ ਤੋਂ ਬਚਣਾ ਬੜਾ ਔਖਾ ਹੈ। ਇਹ ਹਾਲਾਤ ਐਸੇ ਬਣ ਚੁੱਕੇ ਨੇ।
ਗੁਰੂ ਨਾਨਕ ਸਾਹਿਬ ਜੀ ਜੇ ਘਰ ਵਿੱਚ ਤੁਸੀਂ ਸੇਵਿਆ ਸਿਮਰਨ ਕਰਕੇ ਆਪਣਾ ਆਪ ਸਮਰਪਣ ਕਰਕੇ ਜੋ ਪ੍ਰਵਾਨ ਹੋਏ, ਉਸ ਘਰ ਦੇ ਵਿੱਚ ਜਿਨ੍ਹਾਂ ਨੇ ਅਜਗਰ ਨੂੰ ਵੀ ਸੋਧ ਕੇ ਸਿੱਧਾ ਕਰ ਦਿੱਤਾ, ਜਿਹੜਾ ਅਜਗਰ ਰੂਪੀ ਮਨ ਨੂੰ ਸੋਧ ਕੇ ਸਿੱਧਾ ਕਰ ਦਿੰਦਾ ਹੈ। ਔਰ ਜਿਨ ਕੀਆਂ ਉਨਮਾਨ, ਉਨਮਾਨ ਦਾ ਅਰਥ ਹੁੰਦਾ ਪੂਰਾ ਖਿੜਾਓ। ਉਨਮਾਨ ਦਾ ਅਰਥ ਹੁੰਦਾ ਹੈ ਕਿ ਜਿਹਦੇ ਵਿੱਚ ਪੂਰਨ ਤੌਰ ਤੇ ਖਿੜਾਓ ਬਣ ਗਿਆ, ਅੰਦਰ ਵਿਕਾਰਾਂ ਦੀ ਜ਼ਹਿਰ ਜਿਹੜੀ ਸੀ ਭਰੀ ਹੋਈ ਉਹ ਸਦਾ ਲਈ ਨਿਕਲ ਗਈ। ਮਨ ਜਿਹੜਾ ਟੇਢਾ ਮੇਢਾ ਤੁਰਦਾ ਹੈ, ਸੱਪ ਟੇਢਾ ਮੇਢਾ ਹੋ ਕੇ ਤੁਰਦਾ ਨਾ, ਜਿਵੇਂ ਜ਼ਮੀਨ ਤੇ ਉਹ ਰੇਂਗਦਾ ਹੈ, ਇਸੇ ਤਰ੍ਹਾਂ ਸਾਡਾ ਮਨ ਹੈ ਜ਼ਹਿਰ ਨਾਲ ਭਰਿਆ ਪਿਆ, ਨਫ਼ਰਤ ਦੀ ਜ਼ਹਿਰ ਨਾਲ, ਈਰਖਾ ਦੀ ਜ਼ਹਿਰ ਨਾਲ ਭਰਿਆ। ਇਹ ਟੇਢਾ ਮੇਢਾ ਹੋ ਕੇ ਤੁਰਦਾ, ਸਿੱਧਾ ਤੁਰਦਾ ਹੀ ਨਹੀਂ ਮਨ। ਪਰ ਗੁਰੂ ਐਸਾ ਸਮਰੱਥ ਹੈ ਜਿਹੜਾ ਸਾਡੇ ਮਨ ਨੂੰ ਕਾਬੂ ਕਰਕੇ ਇਹਨੂੰ ਸਿੱਧਾ ਤੋਰਨਾ ਸਿਖਾ ਦਿੰਦਾ ਹੈ, ਇਹਦੇ ਅੰਦਰ ਦੀ ਨਫ਼ਰਤ ਤੇ ਈਰਖਾ ਦੀ ਜ਼ਹਿਰ ਨੂੰ ਕੱਢ ਕੇ। ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਮੈਨੂੰ ਤਨ ਨਹੀਂ, ਮੈਨੂੰ ਤੂੰ ਆਪਣਾ ਮਨ ਸਮਰਪਣ ਕਰ, ਕਿਉਂਕਿ ਜ਼ਹਿਰ ਸਰੀਰ ਵਿੱਚ ਨਹੀਂ ਭਰੀ ਹੋਈ। ਇਹ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਸਰੀਰ ਦੀ ਜ਼ਹਿਰ ਕੱਢਣ ਵਾਲੇ ਤੇ ਬਹੁਤ ਬੈਠੇ ਨੇ, ਬੜੇ ਬੈਠੇ ਨੇ। ਜੇ ਕਿਤੇ ਸੱਪ ਨੇ ਡੰਗ ਮਾਰਿਆ, ਤੁਸੀਂ ਫੋਨ ਲਾਓ, ਉਸੇ ਵੇਲੇ ਕੋਈ ਨਾ ਕੋਈ ਆ ਜਾਏਗਾ ਔਰ ਆ ਕੇ ਤੁਹਾਡੇ ਸਰੀਰ ਵਿੱਚੋਂ ਜ਼ਹਿਰ ਕੱਢ ਦੇਗਾ। ਜਾਂ ਤੁਸੀਂ ਉਹਨੂੰ ਜਿੰਨਾ ਜਲਦੀ ਹੋਵੇ ਹਸਪੀਟਲ ਲੈ ਜਾਓ, ਡਾਕਟਰ ਉਸੇ ਵੇਲੇ ਟ੍ਰੀਟਮੈਂਟ ਕਰਨਗੇ, ਇਲਾਜ ਕਰਨਗੇ, ਸਰੀਰ ਚੋਂ ਜ਼ਹਿਰ ਕੱਢ ਦੇਣਗੇ। ਸਰੀਰ ਦੀ ਜ਼ਹਿਰ ਤਾਂ ਕੱਢਣ ਲਈ ਬੜੀਆਂ ਥਾਵਾਂ ਬਣੀਆਂ ਹੋਈਆਂ ਨੇ, ਬੜੇ ਤਰੀਕੇ ਨੇ ਸਰੀਰ ਦੀ ਜ਼ਹਿਰ ਕੱਢਣ ਦੇ, ਪਰ ਜਿਹੜੀ ਮਨ ਵਿੱਚ ਜ਼ਹਿਰ ਭਰੀ ਹੈ ਉਹ ਕਿਵੇਂ ਕੱਢੋਗੇ? ਕਿਹੜਾ ਹਸਪੀਟਲ ਬਣਿਆ ਜਿਹੜਾ ਜਿੱਥੇ ਜਾ ਕੇ ਮਨ ਦੀ ਜ਼ਹਿਰ ਕੱਢੀ ਜਾਂਦੀ ਹੈ? ਕਿਹੜਾ ਐਸਾ ਵੈਦ ਹਕੀਮ ਡਾਕਟਰ ਹੈ ਦੁਨੀਆ ਦੇ ਵਿੱਚ, ਭਾਵੇਂ ਐਲੋਪੈਥਿਕ ਹੋਵੇ ਭਾਵੇਂ ਹੋਮੋਪੈਥਿਕ ਹੋਵੇ, ਕੋਈ ਕਵੇ ਵੀ ਆਓ ਸਾਡੇ ਕੋਲ, ਤੁਹਾਡੇ ਮਨ ਦੀ ਜ਼ਹਿਰ ਕੱਢ ਦਿਆਂਗੇ ਅਸੀਂ। ਇੱਕੋ ਹੀ ਘਰ ਹੈ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ। ਗੁਰੂ ਸਾਹਿਬ ਨੇ ਨਾਮ ਦਾ ਔਖਦ ਮੁਖ ਵਿੱਚ ਪਾ ਕੇ ਮਨ ਦੀ ਜ਼ਹਿਰ ਸਾਰੀ ਕੱਢ ਦੇਣੀ ਹੈ, ਪਰ ਇਹ ਨਾਮ ਸਾਡੇ ਮੁਖ ਵਿੱਚ ਪੈਂਦਾ ਹੀ ਕੋਈ ਨਹੀਂ। ਇਸ ਲਈ ਸਾਹਿਬ ਕਹਿੰਦੇ ਤੂੰ ਤਨ ਨਹੀਂ, ਮੈਨੂੰ ਤੇਰਾ ਮਨ ਚਾਹੀਦਾ ਹੈ। ਤੇਰਾ ਮਨ ਅਜਗਰ ਬਣ ਕੇ ਪਤਾ ਨਹੀਂ ਕਿੰਨਿਆਂ ਨੂੰ ਨਿਗਲ ਰਿਹਾ ਹੈ, ਤੇਰਾ ਮਨ ਸੱਪ ਬਣ ਕੇ ਪਤਾ ਨਹੀਂ ਕਿੰਨਿਆਂ ਨੂੰ ਡੰਗ ਮਾਰ ਕੇ ਜ਼ਹਿਰ ਵੰਡ ਰਿਹਾ ਹੈ। ਇਸ ਲਈ ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਭੱਟ ਜੀ ਕਹਿੰਦੇ ਗੁਰੂ ਅੰਗਦ ਦੇ ਪਾਤਸ਼ਾਹ, ਤੁਸੀਂ ਉਸ ਪ੍ਰਵਾਨ ਗੁਰੂ ਦੇ ਚਰਨਾਂ ਵਿੱਚ ਆ ਕੇ ਜੁੜੇ ਹੋ ਜਿਹੜਾ ਅਜਗਰ ਵਰਗੇ ਮਨ ਨੂੰ ਸਾਧ ਕੇ ਉਹਦੇ ਵਿੱਚ ਪੂਰਨ ਖਿੜਾਓ ਪੈਦਾ ਕਰ ਦਿੰਦਾ ਹੈ, ਜਿਹਦੇ ਵਿੱਚ ਕਹਿਣ ਲੱਗੇ ਵਿਕਾਰਾਂ ਦੀ ਜ਼ਹਿਰ ਅੰਦਰ ਦੀ ਕੱਢ ਕੇ ਉਹਨਾਂ ਅੰਦਰ 3 ਗੁਣਾਂ ਤੋਂ ਉੱਪਰ ਉਠਾ ਕੇ ਉਹਨਾਂ ਨੂੰ ਦੁੱਖ ਸੁੱਖ ਤੋਂ ਨਿਆਰਾ ਕਰ ਦਿੰਦਾ ਹੈ, ਉਹਨਾਂ ਨੂੰ ਖੁਸ਼ੀ ਗਮੀ ਤੋਂ, ਉਸਤਤ ਨਿੰਦਾ ਤੋਂ ਨਿਆਰਾ ਨਿਰਲੇਪ ਕਰ ਦਿੰਦਾ ਹੈ। हे ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਉਸ ਗੁਰੂ ਦੇ ਦਰ ਤੇ ਆ ਕੇ ਤੈਂ ਤਾਂ ਹਜ਼ਰਤ ਪਾਇਓ ਮਾਣ, ਤੁਸੀਂ ਉਸ ਗੁਰੂ ਦੇ ਦਰ ਤੇ ਉਹਦੀ ਹਜ਼ੂਰੀ ਵਿੱਚ ਆ ਕੇ ਇਹ ਸਾਰਾ ਮਾਣ, ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ। ਹਰ ਹਰ ਦਰਸ ਸਮਾਨ, ਆਤਮਾ ਵੰਤ ਗਿਆਨ। ਜਾਣੀਐ ਅਕਲ ਗਤ ਗੁਰ ਪਰਵਾਨ। ਗੁਰੂ ਅੰਗਦ ਦੇਵ ਮਹਾਰਾਜ ਜੀ, ਜਦੋਂ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਤੇ ਪੂਰਨ ਕਿਰਪਾ ਕਰ ਦਿੱਤੀ, ਪੂਰਨ ਬਖਸ਼ਿਸ਼ ਕਰਕੇ ਤੁਹਾਨੂੰ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਦਾ ਰੂਪ ਬਣਾ ਦਿੱਤਾ, ਕਾਇਆ ਨੂੰ ਪਲਟ ਕੇ ਜੋਤ ਤੁਹਾਡੇ ਅੰਦਰ ਸਦਾ ਲਈ ਇੱਕ ਮਿਕ ਕਰ ਦਿੱਤੀ। ਹੁਣ ਤੁਹਾਡੇ ਵਿੱਚ ਤੇ ਗੁਰੂ ਨਾਨਕ ਸਾਹਿਬ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ, ਕੋਈ ਭੇਦ, ਕੋਈ ਰੱਤੀ ਭਰ ਵੀ ਫਰਕ ਨਹੀਂ ਰਹਿ ਗਿਆ। ਇਸ ਲਈ ਹੁਣ ਕੀ ਹੈ? ਕਹਿੰਦੇ ਹਰ ਹਰ ਦਰਸ ਸਮਾਨ। ਜਿਹੜਾ ਹਰੀ ਪਰਮੇਸ਼ਵਰ ਹੈ ਨਾ, ਤੁਸੀਂ ਉਸੇ ਹਰੀ ਦਾ ਰੂਪ ਹੋ ਗਏ। ਹੁਣ ਜਦੋਂ ਤੁਸੀਂ ਹਰੀ ਦਾ ਰੂਪ ਹੋ ਗਏ ਤੇ ਤੁਹਾਡਾ ਦਰਸ਼ਨ ਵੀ ਹਰੀ ਦੇ ਸਮਾਨ ਹੋ ਗਿਆ। ਤੁਹਾਡਾ ਦਰਸ਼ਨ ਕਰਨਾ ਮਤਲਬ ਰੱਬ ਦਾ ਦਰਸ਼ਨ ਕਰਨਾ, ਤੁਹਾਡੇ ਦੀਦਾਰ ਕਰਨੇ ਮਤਲਬ ਰੱਬ ਦੇ ਦੀਦਾਰ ਕਰਨੇ ਹੈ। ਤੇ ਗੁਰਬਾਣੀ ਦੇ ਵਿੱਚ ਕੀ ਹੈ? ਗੁਰਬਾਣੀ ਵਿੱਚ ਉਹਦਾ ਦੀਦਾਰ ਹੈ, ਉਹਦਾ ਦਰਸ਼ਨ ਹੈ।
ਜਦੋਂ ਗੱਲ ਦਰਸ਼ਨ ਦੀ ਆਉਂਦੀ ਹੈ ਨਾ ਤੇ ਜ਼ਰੂਰ ਹੱਥ ਜੋੜ ਕੇ ਬੇਨਤੀ ਕਰੀਦੀ ਹੈ ਵੀ ਆਪਾਂ ਦਰਸ਼ਨ ਕਿਸ ਹਿਸਾਬ ਨਾਲ ਕਰ ਰਹੇ ਹਾਂ ਤੇ ਸਾਨੂੰ ਦਰਸ਼ਨ ਕਰਨੇ ਕਿਹੜੇ ਤਰੀਕੇ ਨਾਲ ਚਾਹੀਦੇ ਆ। ਜਿਸ ਹਿਸਾਬ ਨਾਲ ਬੰਦਾ ਆਇਆ, ਆ ਕੇ ਮੱਥਾ ਟੇਕਿਆ, ਪਰਿਕਰਮਾ ਕੀਤੀ, ਚਲਾ ਗਿਆ ਤੇ ਜਾ ਕੇ ਕਹਿੰਦਾ ਮੈਂ ਗੁਰੂ ਦਾ ਦਰਸ਼ਨ ਕਰਕੇ ਆਇਆ। ਕਿੱਦਾਂ ਕਰਕੇ ਆਇਆ? ਉੱਪਰ ਤੇ ਰੁਮਾਲਾ ਸਾਹਿਬ ਸੀ, ਗੁਰੂ ਸਾਹਿਬ ਦਾ ਦਰਸ਼ਨ ਸੀ। ਆ ਜਿਹੜਾ ਬੈਠ ਕੇ ਗੁਰਬਾਣੀ ਦੀ ਵਿਚਾਰ ਸੁਣ ਰਿਹਾ, ਇਹਦੇ ਵਿੱਚੋਂ ਦਰਸ਼ਨ ਹੀ ਹੋ ਰਹੇ ਨੇ। ਆ ਭੱਟ ਜੀ ਕੀ ਕਰ ਰਹੇ ਨੇ? ਭੱਟ ਜੀ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਹੀ ਕਰਾ ਰਹੇ ਨੇ। ਇਸ ਤੋਂ ਪਹਿਲਾਂ ਕੀਰਤਨ ਹੋਇਆ, ਆਸਾ ਕੀ ਵਾਰ ਦਾ ਕੀਰਤਨ ਹੋਇਆ। ਉਹਦੇ ਵਿੱਚ ਜਿਹੜੇ ਜਿਹੜੇ ਗੁਰੂ ਸਾਹਿਬ ਜੀ ਦੇ ਸ਼ਲੋਕ ਆਏ, ਜਿਹੜੇ ਜਿਹੜੇ ਗੁਰੂ ਸਾਹਿਬ ਜੀ ਦੀ ਪੌੜੀ ਆਈ, ਉਹ ਕੀ ਸੀ? ਉਹ ਗੁਰੂ ਸਾਹਿਬ ਦਾ ਦਰਸ਼ਨ ਹੀ ਸੀ। ਅਸਲ ਵਿੱਚੋਂ ਆਪਾਂ ਸ਼ਬਦ ਵਿੱਚੋਂ ਗੁਰੂ ਦਾ ਦਰਸ਼ਨ ਕਰਨਾ, ਤੇ ਜੇ ਸ਼ਬਦ ਨਾਲ ਹੀ ਨਹੀਂ ਜੁੜੇ ਫਿਰ ਦਰਸ਼ਨ ਕਿੱਥੋਂ ਹੋਏਗਾ? ਦਰਸ਼ਨ ਤਾਂ ਗੁਰੂ ਸਾਹਿਬ ਦੇ ਸ਼ਬਦ ਵਿੱਚੋਂ ਦੀ ਹੋਣਾ ਹੈ। ਇਸ ਲਈ ਗੁਰੂ ਸਾਹਿਬ, ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਗੁਰੂ ਸਾਹਿਬ ਦਾ ਰੂਪ ਬਣ ਗਏ। ਅੱਜ ਜਿਹੜਾ ਹੈ ਹਰ ਹਰ ਦਰਸ ਸਮਾਨ, ਉਹ ਜਿਹੜਾ ਹਰੀ ਪਰਮੇਸ਼ਵਰ ਹੈ ਨਾ, ਉਹਦਾ ਦੀਦਾਰ ਤੇ ਤੁਹਾਡਾ ਦੀਦਾਰ ਇੱਕ ਸਮਾਨ ਹੈ। ਜਿਹਨੇ ਤੁਹਾਡਾ ਦੀਦਾਰ ਕਰ ਲਿਆ, ਸਮਝ ਲੈਣਾ ਰੱਬ ਦਾ ਦੀਦਾਰ ਕਰ ਲਿਆ। ਅੱਜ ਸਾਰੀ ਦੁਨੀਆ ਚਾਹੁੰਦੀ ਹੈ ਸਾਨੂੰ ਸੱਚਖੰਡ ਵਿੱਚ ਵਾਸਾ ਮਿਲ ਜਾਏ। ਸਾਰੀ ਦੁਨੀਆ ਕਹਿੰਦੀ ਸਾਨੂੰ ਰੱਬ ਦੇ ਘਰ ਥਾਂ ਮਿਲ ਜਾਏ, ਢੋਈ ਮਿਲ ਜਾਏ। ਪਰ ਜਿਹੜਾ ਇਸ ਧਰਤੀ ਤੇ ਰੱਬ ਦਾ ਘਰ ਬਣਾ ਕੇ ਸਾਨੂੰ ਦਿੱਤਾ ਸੀ, ਵੀ ਪਹਿਲਾਂ ਉੱਥੇ ਤਾਂ ਜੁੜਨ ਦੀ ਜਾਚ ਸਿੱਖ ਲੈ। ਤੈਨੂੰ ਇਸ ਧਰਤੀ ਤੇ ਬਣੇ ਹੋਏ ਰੱਬ ਦੇ ਘਰ ਦੇ ਵਿੱਚ ਜੁੜਨਾ ਆਇਆ ਨਹੀਂ ਤੇ ਪਹੁੰਚਣਾ ਤੂੰ ਰੱਬ ਦੇ ਘਰ ਚਾਹੁੰਦਾ ਹੈ। ਤੂੰ ਚਾਹੁੰਦਾ ਵੀ ਮੇਰੇ ਉੱਤੇ ਮਾਲਕ ਦੀ ਕਿਰਪਾ ਹੋ ਜਾਏ, ਤੇ 2 ਕਦਮ ਤੁਰ ਕੇ ਤੂੰ ਰੱਬ ਦੇ ਘਰ ਆ ਨਹੀਂ ਸਕਦਾ, ਤੇ ਪਹੁੰਚਣਾ ਤੂੰ ਰੱਬ ਦੇ ਘਰ ਚਾਹੁੰਦਾ ਹੈ। ਚਲੋ ਕੰਮ ਤਾਂ ਵੈਸੇ ਸੌਖਾ ਹੀ ਹੈ, ਜਦੋਂ ਸਰੀਰ ਛੱਡਣਾ ਤੇ ਲੋਕਾਂ ਨੇ ਕਹਿ ਹੀ ਦੇਣਾ ਇਹ ਸੱਚਖੰਡ ਵਾਸੀ ਹੈ। ਹੁਣ ਸੱਚਖੰਡ ਵਾਸੀ ਲੋਕਾਂ ਨੇ ਕਹਿ ਦਿੱਤਾ, ਪਰ ਜਿਹਨੇ ਸਾਰਾ ਜੀਵਨ ਲੰਘਾਇਆ ਉਹਨੂੰ ਪੁੱਛ ਕੇ ਵੇਖੋ ਵੀ ਉਹ ਉਸ ਯੋਗ ਹੋਇਆ ਕਿ ਨਹੀਂ ਹੋਇਆ। ਸਿਰਫ ਸ਼ਬਦ ਵਰਤ ਦੇਣਾ ਬੜਾ ਸੌਖਾ ਹੈ। ਖੈਰ, ਗੁਰੂ ਸਾਹਿਬ ਜੀ ਤੁਸੀਂ ਆਪਣਾ ਆਪ ਸਮਰਪਣ ਕੀਤਾ, ਇੰਨਾ ਕੁ ਸਮਰਪਣ ਕੀਤਾ ਕਿ ਹਰ ਹਰ ਦਰਸ ਸਮਾਨ, ਤੁਹਾਡਾ ਦਰਸ਼ਨ ਹਰੀ ਦੇ ਸਮਾਨ, ਨਿਰੰਕਾਰ ਦੇ ਸਮਾਨ ਹੈ। ਆਤਮਵੰਤ ਗਿਆਨ, ਕਿਉਂਕਿ ਤੁਹਾਨੂੰ ਆਤਮਕ ਤਲ ਤੇ ਉਸ ਬ੍ਰਹਮ ਦਾ ਗਿਆਨ ਹੋ ਗਿਆ ਹੈ। ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਜਾਣੀ ਹੈ ਅਕਲ ਗਤ ਗੁਰ ਪਰਵਾਨ। ਮਹਾਰਾਜ ਜੀ, ਜਿਹੜੀ ਤੁਹਾਡੀ ਅਵਸਥਾ ਹੈ ਨਾ, ਆ ਜਿਹੜੀ ਤੁਹਾਡੀ ਅਵਸਥਾ ਹੁਣ ਕਲਾ ਤੋਂ ਉੱਪਰ ਹੋ ਗਈ। ਕੱਲ ਦੇ ਅੱਗੇ ਐੜਾ ਲੱਗ ਗਿਆ। ਐੜਾ ਅੱਖਰ ਜਿਹੜਾ ਇਹਨੂੰ ਆਪਾਂ ਥੋੜਾ ਜ਼ੋਰ ਦੇ ਕੇ ਅਕਲ, ਗਤ ਗਤ ਕਹਿੰਦੇ ਆ ਅਵਸਥਾ। ਜਿਹੜੀ ਹੁਣ ਤੁਹਾਡੀ ਅਵਸਥਾ ਆਤਮਕ ਤਲ ਤੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਹਰੀ ਦੇ ਵਰਗੀ ਤੁਹਾਡੀ ਅਵਸਥਾ ਹੋ ਗਈ ਹੈ। ਤੁਸੀਂ ਗੁਰੂ ਘਰ ਵਿੱਚ ਪ੍ਰਵਾਨ ਹੋਣ ਵਾਲੇ ਹੋ ਗਏ ਹੋ। ਸਤਿਗੁਰੂ ਮਹਾਰਾਜ ਜੀ, ਤੁਹਾਡੀ ਗਤ ਕਲਾ ਤੋਂ ਉੱਪਰ ਹੋ ਗਈ। ਹੁਣ ਤੁਹਾਨੂੰ ਕਿਸੇ ਕਲਾ ਦੀ ਲੋੜ ਨਹੀਂ, ਕਿਸੇ ਕਰਾਮਾਤ ਦੀ ਲੋੜ ਨਹੀਂ, ਕਿਉਂਕਿ ਤੁਹਾਡੀ ਅਵਸਥਾ ਨਿਰੰਕਾਰ ਦਾ ਰੂਪ ਤੁਹਾਡੇ ਵਿੱਚ ਤੇ ਨਿਰੰਕਾਰ ਦੇ ਵਿੱਚ, ਤੁਹਾਡੇ ਵਿੱਚ ਤੇ ਗੁਰੂ ਨਾਨਕ ਸਾਹਿਬ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ। ਜਾਂ ਕੀ ਦ੍ਰਿਸ਼ ਅਚਲ ਠਾਣ, ਬਿਮਲ ਬੁੱਧ ਸੁਥਾਨ, ਪਹਿਰ ਸੀਲ ਸਨਾਹੋ ਸਕਤ ਬਿਦਾਰ। ਭੱਟ ਕੱਲ ਸਹਾਰ ਜੀ ਕਹਿੰਦੇ ਗੁਰੂ ਅੰਗਦ ਦੇ ਪਾਤਸ਼ਾਹ, ਤੁਹਾਡੀ ਜਿਹੜੀ ਦ੍ਰਿਸ਼ਟੀ ਹੈ ਨਾ, ਉਹ ਅਚਲ ਠਾਨ, ਥਾਂ ਜਿਹੜੀ ਅਚਲ, ਜਿਹੜੀ ਸਦਾ ਇੱਕ ਥਾਂ ਤੇ ਟਿਕਣ ਵਾਲੀ, ਜਿਹਨੂੰ ਚੌਥੀ ਅਵਸਥਾ ਕਹਿੰਦੇ ਆਪਾਂ। ਤੁਹਾਡੀ ਦ੍ਰਿਸ਼ਟੀ 3 ਗੁਣਾਂ ਤੋਂ ਉੱਪਰ ਉੱਠ ਕੇ ਉਸ ਅਚਲ ਅਸਥਾਨ ਤੇ ਕਹਿਣ ਲੱਗੇ ਜਿੱਥੇ ਟਿਕਾਊ ਹੈ ਪੂਰਾ, ਜਿੱਥੇ ਚੌਥੀ ਅਵਸਥਾ ਤੁਰੀਆ ਅਵਸਥਾ ਹੈ, ਸੰਸਾਰ ਤੋਂ ਉੱਪਰ ਉੱਠ ਜਾਣ ਵਾਲੀ ਤੁਹਾਡੀ ਦ੍ਰਿਸ਼ਟੀ, ਤੁਹਾਡੀ ਨਜ਼ਰ ਉੱਥੇ ਆ ਕੇ ਟਿਕ ਗਈ ਹੈ। ਸਹਿਜ ਅਵਸਥਾ ਦੇ ਵਿੱਚ ਬਿਮਲ ਬੁੱਧ, ਤੁਹਾਡੀ ਬੁੱਧੀ ਬਿਲਕੁਲ ਮੈਲ ਤੋਂ ਰਹਿਤ ਹੋ ਗਈ, ਪਵਿੱਤਰ ਹੋ ਚੁੱਕੀ ਹੈ। ਤੁਹਾਡੇ ਅੰਦਰ ਬੁੱਧੀ ਜਿਹੜੀ ਹੈ ਉਹ ਪਵਿੱਤਰ ਹੋ ਗਈ। ਸਾਨੂੰ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਤੇਰੀ ਬੁੱਧੀ ਭ੍ਰਿਸ਼ਟ ਹੋਈ ਹੋਈ ਹੈ, ਤੇਰੀ ਮਤ ਹਜੇ ਕੁਮਤ ਹੋਈ ਹੋਈ ਹੈ।
ਪਰ ਗੁਰੂ ਸਾਹਿਬ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਭਾਈ ਲਹਿਣਾ ਜੀ ਬਣ ਕੇ ਆਏ ਤਾਂ ਤੁਹਾਡੀ ਦ੍ਰਿਸ਼ਟੀ ਸੰਸਾਰ ਤੋਂ ਉੱਪਰ ਉੱਠ ਕੇ ਨਿਰੰਕਾਰ ਦੇ ਚਰਨਾਂ ਦੇ ਵਿੱਚ ਜਾ ਕੇ ਟਿਕ ਗਈ। ਤੁਹਾਡੀ ਬੁੱਧ ਜਿਹੜੀ ਸੀ ਬੇਮਲ, ਮਲ ਤੋਂ ਰਹਿਤ ਹੋ ਗਈ ਹੈ। ਸਤਿਗੁਰੂ ਜੀ ਜਾਂ ਕੀ ਦ੍ਰਿਸ਼ਟ ਅਚਲ ਠਾਨ, ਬੇਮਲ ਬੁੱਧ ਸੁਥਾਨ, ਉਸ ਜਿਹੜਾ ਥਾਂ ਹੈ ਤੁਹਾਡੀ ਬੁੱਧੀ ਵਾਲਾ ਉਹ ਬਿਲਕੁਲ ਮਲ ਤੋਂ ਵਿਕਾਰਾਂ ਤੋਂ ਰਹਿਤ ਹੋ ਚੁੱਕਾ ਹੈ। ਪਹਿਰ ਸੀਲ ਸਨਾਹਾ ਸ਼ਕਤ ਬਿਦਾਰ, ਤੁਸੀਂ ਕੀ ਕੀਤਾ? ਤੁਸੀਂ ਆਪਣਾ ਸੀਲ, ਸੀਲ ਕਹਿੰਦੇ ਆ ਨਿਮਰਤਾ ਵਾਲਾ ਸੁਭਾਅ, ਪਿਆਰ ਵਾਲਾ ਸੁਭਾਅ। ਸਨਾਹਾ ਕਹਿੰਦੇ ਸੰਜੋ। ਜਦੋਂ ਕੋਈ ਸੂਰਮਾ, ਕੋਈ ਯੋਧਾ ਲੜਨ ਵਾਸਤੇ ਜਾਂਦਾ ਹੈ ਨਾ, ਤਾਂ ਸੰਜੋ ਪਹਿਨ ਕੇ ਜਾਂਦਾ ਹੈ ਕਿ ਸਾਹਮਣੇ ਵਾਲਾ ਵਾਰ ਕਰੇ ਤੇ ਮੇਰੇ ਸੀਨੇ ਤੇ ਵਾਰ ਨਾ ਹੋ ਸਕੇ, ਕਿਉਂਕਿ ਉਹਨੇ ਕਵਚ ਪਹਿਨਿਆ ਹੋਇਆ। ਸਨਾਹ ਦਾ ਅਰਥ ਹੈ ਸੰਜੋ, ਸੰਜੋ ਦਾ ਮਤਲਬ ਹੈ ਕਵਚ। ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਆ ਬਖਸ਼ਿਸ਼ਾਂ ਦਾ ਸਨਾਹਾ, ਸੀਲ ਸੁਭਾਅ, ਨਿਮਰਤਾ, ਪਿਆਰ ਵਾਲਾ ਤੁਸੀਂ ਕਵਚ ਪਹਿਨਿਆ ਹੋਇਆ ਹੈ। ਸ਼ਕਤ ਬਿਦਾਰ, ਸ਼ਕਤ ਦੇ ਤੱਤੇ ਨੂੰ ਸਿਹਾਰੀ ਸ਼ਕਤੀ, ਜਿਹੜੀ ਮਾਇਆਵੀ ਸ਼ਕਤੀ ਤੁਹਾਡੇ ਤੇ ਅਟੈਕ ਕਰਦੀ ਹੈ, ਮਾਇਆਵੀ ਸ਼ਕਤੀ ਤੁਹਾਡੇ ਤੇ ਹਮਲਾ ਕਰਦੀ ਹੈ। ਸਤਿਗੁਰੂ ਜੀ ਤੁਸੀਂ ਉਸ ਸ਼ਕਤੀ ਨੂੰ ਆਪਣੇ ਤੋਂ ਦੂਰ ਕਰ ਦਿੰਦੇ ਹੋ, ਕਿਉਂਕਿ ਤੁਸੀਂ ਨਿਮਰਤਾ ਤੇ ਪਿਆਰ ਵਾਲਾ ਸੰਜੋਗ ਪਹਿਨਿਆ ਹੋਇਆ ਹੈ। ਹੁਣ ਕੋਈ ਵੀ ਮਾਇਆਵੀ ਅਟੈਕ ਤੁਹਾਡੇ ਤੇ ਜਦੋਂ ਹੁੰਦਾ ਨਾ ਤੇ ਉਹਦਾ ਪ੍ਰਭਾਵ ਤੁਹਾਡੇ ਤੇ ਨਹੀਂ ਪੈਂਦਾ, ਉਹ ਤੁਹਾਡੇ ਤੋਂ ਦੂਰ ਹੋ ਜਾਂਦਾ ਹੈ, ਕਿਉਂਕਿ ਤੁਸੀਂ ਸੀਲ ਸਨਾਹਾ, ਤੁਸੀਂ ਨਿਮਰਤਾ, ਪਿਆਰ ਵਾਲਾ, ਮਿੱਠਾ ਸੁਭਾਅ ਵਾਲਾ ਸੰਜੋਗ ਆਪਣੇ ਉੱਤੇ ਪਹਿਨ ਲਿਆ ਹੈ। ਇਹ ਭੱਟ ਜੀ ਕਹਿੰਦੇ ਹਨ, ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। ਭੱਟ ਜੀ ਇੱਕ ਗੱਲ ਬਾਰ-ਬਾਰ ਹਰ ਸਵਈਏ ਵਿੱਚ ਰਿਪੀਟ ਕਰ ਰਹੇ ਨੇ ਕਿ ਸਾਰੀ ਗੱਲ ਕਰਨ ਤੋਂ ਬਾਅਦ ਕਿ ਗੁਰੂ ਸਾਹਿਬ ਤੁਹਾਡੀ ਉਸਤਤ, ਤੁਹਾਡੀ ਕੀਰਤੀ ਕਿੱਥੋਂ ਤੱਕ ਕਰਾਂ? ਤੁਹਾਡੀ ਉਸਤਤ ਤਾਂ ਸਪਤ ਦੀਪ ਮਜਾਰ, 7 ਦੀਪਾਂ ਵਿੱਚ ਤੁਹਾਡੀ ਉਸਤਤ, ਪੂਰੇ ਦੇ ਪੂਰੇ ਸੰਸਾਰ ਵਿੱਚ ਤੁਹਾਡੀ ਉਸਤਤ ਹੋ ਰਹੀ ਹੈ। ਉਹਦਾ ਕਾਰਨ ਗੁਰੂ ਸਾਹਿਬ ਜੀ ਇੱਕੋ ਹੀ ਹੈ। ਕਹੋ ਕੀਰਤ ਕਲ ਸਹਾਰ, ਕਲ ਸਹਾਰ ਜੀ ਕਹਿੰਦੇ ਨੇ ਮੈਂ ਕਿੱਥੋਂ ਤੱਕ ਤੁਹਾਡੀ ਉਸਤਤ ਕਰਾਂ? ਸਪਤ ਦੀਪ ਮਝਾਰ, ਤੁਹਾਡੀ ਉਸਤਤ ਤਾਂ 7 ਦੀਪਾਂ ਦੇ ਵਿੱਚ ਹੋ ਰਹੀ ਹੈ। ਉਹਦਾ ਕਾਰਨ ਸੀ ਕਿ ਭਾਈ ਲਹਿਣਾ ਜੀ ਬਣ ਕੇ ਤੁਸੀਂ ਆਏ ਸੀ ਤੇ ਜਗਤ ਗੁਰੂ ਬਾਬਾ ਨਾਨਕ ਜੀ ਦੇ ਚਰਨਾਂ ਵਿੱਚ ਆ ਕੇ ਉਹਨਾਂ ਦੇ ਚਰਨਾਂ ਨੂੰ ਤੁਸੀਂ ਪਰਸ ਲਿਆ, ਭਾਵ ਮਨ ਸੁਰਤ ਕਰਕੇ ਤੁਸੀਂ ਜੁੜ ਗਏ ਔਰ ਐਸਾ ਜੁੜ ਗਏ ਕਿ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਕੇ ਗੁਰੂ ਅੰਗਦ ਦੇਵ ਜੀ ਦਾ ਰੂਪ ਬਣ ਗਏ। ਇਸ ਲਈ ਗੁਰੂ ਸਾਹਿਬ ਜੀਓ ਤੁਹਾਡੀ ਉਸਤਤ ਕਿੱਥੋਂ ਤੱਕ ਕੀਤੀ ਜਾਏ? ਜਿੰਨੀ ਕਰ ਲਈਏ ਉਨੀ ਹੀ ਥੋੜੀ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੇ ਆਪਾਂ ਕੀ ਕਰੀਏ? ਅਸੀਂ ਵੀ ਉਸੇ ਗੁਰੂ ਦੇ ਦਰ ਤੇ ਆਏ ਆ ਜਿਸ ਗੁਰੂ ਦੇ ਦਰ ਤੇ ਭਾਈ ਲਹਿਣਾ ਜੀ ਆਏ ਨੇ ਤੇ ਗੁਰੂ ਅੰਗਦ ਦੇਵ ਜੀ ਦਾ ਰੂਪ ਬਣ ਗਏ। ਅਸੀਂ ਵੀ ਉਸੇ ਬਾਬੇ ਨਾਨਕ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਆਏ ਆ ਤੇ ਆਪਾਂ ਵੀ ਬੇਨਤੀ ਕਰੀਏ ਕਿ ਸਾਨੂੰ ਵੀ ਗੋਲੇ ਬਣਾ ਕੇ ਮਨ ਕਰਕੇ ਆਪਣੇ ਚਰਨਾਂ ਦਾ ਸਪਰਸ਼, ਸ਼ਬਦ ਦਾ ਸਪਰਸ਼ ਬਖਸ਼ ਦਿਓ ਤਾਂ ਕਿ ਅਸੀਂ ਵੀ ਨਿਰਲੇਪ ਹੋ ਕੇ, ਅਸੀਂ ਵੀ ਇਹਨਾਂ 3 ਤਾਪ 3 ਰੋਗ ਕਲ ਕਲੇਸ਼ ਤੋਂ ਨਿਰਲੇਪ ਹੋ ਕੇ ਆਪਣਾ ਜੀਵਨ ਸਫਲਾ ਕਰ ਸਕੀਏ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ,
ਨਾਨਕ ਘਰ ਕੇ ਗੋਲੇ ਨਾਨਕ ਇਹ ਅਰਦਾਸ ਕਰੀਏ, ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਸ਼ਬਦ ਸੁਰਤ ਦਾ ਸਮੇਲ ਬਣਾਈਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮੇਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਭੱਟ ਸਾਹਿਬਾਨ ਦੇ ਉਚਾਰਨ ਕੀਤੇ ਹੋਏ ਇਹ ਪਾਵਨ ਬਚਨਾਂ ਵਿੱਚੋਂ ਅੱਜ ਦਾ ਇਹ ਪਾਵਨ ਬਚਨ ਆਪਣੇ ਹਿਰਦੇ 'ਚ ਵਸਾ ਲਈਏ ਜੀ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ। ਲਹਿਣਾ ਜਗਤਰ ਗੁਰ ਪਰਸ ਮੁਰਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ।